Hello everyone, welcome to Victor's Knowledge. This is Chinu Sharma, and today we are going to discuss the most important from the whole syllabus of Indian economy. So Indian economy ਜਦੋਂ ਵੀ ਤੁਸੀਂ ਪੜ੍ਹਦੇ ਹੋ ਤੇ ਜੇ ਤੁਸੀਂ ਐਗਜ਼ਾਮ ਦੇਖੋਗੇ ਪਿਛਲੇ ਕੋਈ ਕੁਐਸਚਨ ਪੇਪਰ ਚੱਕ ਕੇ ਦੇਖੋਗੇ ਤਾਂ ਮੈਕਸਿਮਮ ਕੁਐਸਚਨ ਮਨੀ ਜਾਂ ਬੈਂਕਿੰਗ ਟੌਪਿਕ ਦੇ ਵਿੱਚੋਂ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਇਹ ਟੌਪਿਕ ਇਹਦੇ ਛੋਟੇ-ਛੋਟੇ ਕਨਸੈਪਟ ਤੁਹਾਡੇ ਲਈ ਸਮਝਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਅੱਜ ਦੇ ਲੈਕਚਰ ਦੇ ਨਾਲ। ਸਭ ਤੋਂ ਪਹਿਲਾਂ ਆਪਣੇ ਲਈ ਮਨੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪੈਸਾ ਕੀ ਹੈ? ਸੋ ਕਹਿੰਦੇ ਪੈਸਾ ਇਨਵੈਂਟ ਇਹਦੀ ਖੋਜ ਹੋਣ ਤੋਂ ਪਹਿਲਾਂ ਜਿਹੜਾ ਵਪਾਰ ਹੁੰਦਾ ਸੀ, ਟ੍ਰੇਡ ਹੁੰਦਾ ਸੀ ਪੂਰੀ ਦੁਨੀਆ ਦੇ ਵਿੱਚ, ਉਹ ਬਾਰਟਰ ਸਿਸਟਮ ਦੀ ਨੇਚਰ ਦਾ ਸੀ। ਬਾਰਟਰ ਸਿਸਟਮ, ਤੁਸੀਂ ਇਸ ਵਰਡ ਨੂੰ ਪਹਿਲਾਂ ਤਾਂ ਯਾਦ ਕਰ ਲਓ। ਬਾਰਟਰ ਸਿਸਟਮ ਮਤਲਬ ਹੈ ਕਿ ਜਦੋਂ ਆਪਣੇ ਕੋਲ ਪੈਸਾ ਨਹੀਂ ਸੀ, ਆਪਾਂ ਕਿਸੇ ਦੇ ਕੋਈ ਚੀਜ਼ ਖਰੀਦਣੀ ਹੁੰਦੀ ਸੀ ਤਾਂ ਆਪਾਂ ਕਿਵੇਂ ਖਰੀਦਦੇ ਸੀ? ਆਪਾਂ ਚੀਜ਼ ਦੇ ਬਦਲੇ ਚੀਜ਼ ਦਿੰਦੇ ਸੀ। ਹੁਣ ਤੁਹਾਨੂੰ ਮੈਂ ਉਰੇ ਸੌਖੀ ਜਿਹੀ ਐਗਜ਼ਾਮਪਲ ਦੇ ਕੇ ਸਮਝਾ ਦਿੰਨੀ ਆ। ਮੰਨ ਲਓ ਤੁਸੀਂ ਕਿਸੇ ਤੋਂ ਕਣਕ ਖਰੀਦਣੀ ਹੈ, ਤੁਸੀਂ ਘਰੋਂ ਆਪਣੇ ਕੋਈ ਪੁਰਾਣੇ ਕੱਪੜੇ ਲੈ ਜਾਂਦੇ ਸੀ ਜਾਂ ਤੁਸੀਂ ਕਣਕ ਦੇ ਬਦਲੇ ਜੇ ਤੁਹਾਡੇ ਕੋਲ ਚਾਵਲ ਨੇ ਤਾਂ ਤੁਸੀਂ ਚਾਵਲ ਦੇ ਦਿੰਦੇ ਸੀ। ਤੁਸੀਂ ਕੋਈ ਆਪਣੇ ਹੱਥੀਂ ਬਣਾਈ ਹੋਈ ਚੀਜ਼, ਕੋਈ ਘੜਾ ਹੋ ਗਿਆ, ਟੋਕਰੀਆਂ ਹੋ ਗਈਆਂ, ਉਹ ਲੈ ਕੇ ਜਾਂਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਜੋ ਵੀ ਚੀਜ਼ ਅਗਲਾ ਬੰਦਾ ਲੈਣ ਦੇ ਲਈ ਤਿਆਰ ਹੁੰਦਾ ਸੀ, ਤੁਸੀਂ ਉਸਨੂੰ ਉਹ ਚੀਜ਼ ਦਿੰਦੇ ਸੀ ਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਤੁਸੀਂ ਬਾਜ਼ਾਰ ਚੋਂ ਲੈ ਕੇ ਆਉਂਦੇ ਸੀ। ਸਿੰਪਲ। ਤੁਸੀਂ ਦੇਖਿਆ ਹੋਊਗਾ ਹੁਣ ਤਾਂ ਇਹ ਚੀਜ਼ ਥੋੜੀ ਘਟ ਗਈ ਹੈ। ਆਪਣੀ ਗਲੀਆਂ ਦੇ ਵਿੱਚ, ਘਰਾਂ ਦੇ ਵਿੱਚ ਬਹੁਤ ਵਾਰੀ ਟੋਕਰੀਆਂ, ਪਲਾਸਟਿਕ ਦਾ ਸਮਾਨ ਵੇਚਣ ਵਾਲੇ ਕੋਈ ਔਰਤਾਂ ਆਉਂਦੀਆਂ ਹੁੰਦੀਆਂ ਨੇ। ਉਹ ਜਿਹੜੀਆਂ ਔਰਤਾਂ ਨੇ ਉਹ ਆਪਣੇ ਤੋਂ ਆਪਣੀਆਂ ਪੁਰਾਣੀਆਂ ਸ਼ਰਟਸ, ਕੱਪੜੇ, ਸੂਟ ਲੈ ਕੇ ਜਾਂਦੀਆਂ ਨੇ ਤੇ ਆਪਾਂ ਨੂੰ ਪਲਾਸਟਿਕ ਦਾ ਸਮਾਨ, ਟੱਬ ਹੋ ਗਏ, ਬਾਸਕਿਟਸ ਹੋ ਗਈਆਂ, ਕੱਪ ਹੋ ਗਏ, ਇਹ ਦੇ ਕੇ ਜਾਂਦੇ ਨੇ। ਸੋ ਜਿਹੜਾ ਇਹ ਸਿਸਟਮ ਹੈ, ਗੁੱਡ ਦੇ ਬਦਲੇ ਗੁੱਡ, ਬਿਨਾਂ ਕਿਸੇ ਪੈਸੇ ਦੇ ਲੈਣ ਦੇਣ ਤੋਂ, ਉਹ ਚੀਜ਼ ਦਾ ਨਾਮ ਹੈ ਬਾਰਟਰ ਸਿਸਟਮ। ਸੋ ਮਨੀ ਤੇ ਬੈਂਕਿੰਗ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕਨਸੈਪਟ ਨੇ। ਅੱਜ ਦੇ ਜ਼ਮਾਨੇ 'ਚ ਆਪਾਂ ਪੈਸੇ ਤੋਂ ਬਿਨਾਂ ਆਪਣੀ ਜਿਹੜੀ ਲਾਈਫ ਹੈ ਉਹਨੂੰ ਇਮੈਜਿਨ ਹੀ ਨਹੀਂ ਕਰ ਸਕਦੇ, ਸੋਚ ਹੀ ਨਹੀਂ ਸਕਦੇ। ਸੋ ਜਿਹੜੇ ਬੈਂਕ ਨੇ ਉਹ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ, ਕਿਉਂਕਿ ਬੈਂਕ ਬਹੁਤ ਹੀ ਇੱਕ ਸੇਫ, ਬੈਟਰ ਪਲੇਸ ਮੰਨੀ ਜਾਂਦੀ ਹੈ ਪੈਸੇ ਨੂੰ ਸਟੋਰ ਕਰਨ ਦੇ ਲਈ, ਜਾਂ ਕਿਸੇ ਨੇ ਕੋਈ ਕਰਜ਼ਾ ਲੈਣਾ, ਕੋਈ ਪੈਸੇ ਆਪਣੇ ਦੇਣੇ ਨੇ, ਡਿਪੋਜ਼ਿਟ ਕਰਾਉਣੇ ਨੇ, ਜਮ੍ਹਾਂ ਕਰਾਉਣੇ ਨੇ। ਸੋ ਪੈਸਿਆਂ ਦੇ ਮਾਮਲੇ 'ਚ ਜਿਹੜਾ ਸਭ ਤੋਂ ਪਹਿਲਾਂ ਨਾਮ ਆਪਣੇ ਦਿਮਾਗ 'ਚ ਆਉਂਦਾ ਸੇਫਟੀ ਨੂੰ ਲੈ ਕੇ, ਇੱਕ ਵਧੀਆ ਜਗ੍ਹਾ ਜਿਹਨੂੰ ਆਪਾਂ ਬੈਟਰ ਪਲੇਸ ਮੰਨਦੇ ਆ, ਉਹ ਹੈ ਬੈਂਕ। ਸੋ ਮਨੀ ਕੀ ਹੈ? ਮਨੀ ਕਹਿੰਦੇ ਕੋਈ ਵੀ ਇਹੋ ਜਿਹੀ ਚੀਜ਼ ਹੈ ਜਿਹਨੂੰ ਆਪਾਂ ਇੱਕ ਮੀਡੀਅਮ ਮੰਨਦੇ ਆ ਐਕਸਚੇਂਜ ਦਾ, ਜਿਹਦੇ ਬਦਲੇ ਆਪਾਂ ਕੋਈ ਚੀਜ਼ ਲੈ ਸਕੀਏ, ਦੇ ਸਕੀਏ। ਜੇ ਆਪਾਂ ਨੂੰ ਕੋਈ ਪੈਸੇ ਦੇ ਰਿਹਾ ਤਾਂ ਆਪਾਂ ਉਹਨਾਂ ਨੂੰ ਬਦਲੇ 'ਚ ਕੋਈ ਚੀਜ਼ ਦੇਵਾਂਗੇ। ਜੇ ਆਪਾਂ ਕਿਸੇ ਦੁਕਾਨਦਾਰ ਕੋਲ ਬਾਹਰ ਮਾਲ 'ਚ ਜਾਂਦੇ ਆ ਜਾਂ ਕਿਤੇ ਵੀ ਕੋਈ ਸਰਵਿਸ ਲੈਣੀ ਹੈ, ਈਵਨ ਜੇ ਤੁਸੀਂ ਪੜ੍ਹਾਈ ਕਰਨੀ ਹੈ, ਤੁਸੀਂ ਟਿਊਸ਼ਨਾਂ ਦੇ, ਸਕੂਲ ਦੇ ਪੈਸੇ ਪੇ ਕਰਦੇ ਹੋ, ਤਾਂ ਉੱਥੇ ਮੀਡੀਅਮ ਕੀ ਹੈ ਐਕਸਚੇਂਜ ਦਾ? ਮਨੀ, ਪੈਸਾ। ਸੋ ਪੈਸਾ ਇਹੋ ਜਿਹੀ ਚੀਜ਼ ਹੈ, ਇੱਕ ਤਾਂ ਪਹਿਲੀ ਗੱਲ ਕਿ ਉਹਨੂੰ ਆਪਾਂ ਐਕਸਚੇਂਜ ਕਰ ਸਕਦੇ ਹਾਂ, ਉਹਦੇ ਬਦਲੇ ਕੋਈ ਲੈਣ ਦੇਣ ਕਰ ਸਕਦੇ ਹਾਂ। ਦੂਜੀ ਚੀਜ਼, ਉਹਦੀ ਕੋਈ ਕੀਮਤ ਹੈ, ਉਹਨੂੰ ਆਪਾਂ ਕਿਸੇ ਕੀਮਤ ਦੇ ਵਿੱਚ ਮੈਜ਼ਰ ਕਰ ਸਕਦੇ ਹਾਂ, ਮਾਪ ਸਕਦੇ ਹਾਂ। ਦੈਨ ਕਹਿੰਦੇ ਉਹਦੇ ਨਾਲ ਆਪਾਂ ਉਹਦੀ ਵੈਲਿਊ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਆਪਾਂ ਇਹ ਕਹਿ ਸਕਦੇ ਹਾਂ ਕਿ ਮੇਰੇ ਕੋਲ 100 ਰੁਪਏ ਹੈ, 1000 ਰੁਪਏ ਹੈ, 2000 ਰੁਪਏ ਹੈ। ਸੋ ਉਹਦੀ ਵੈਲਿਊ, ਕੀਮਤ ਨੂੰ ਆਪਾਂ ਸਟੋਰ ਵੀ ਕਰਕੇ ਰੱਖ ਸਕਦੇ ਹਾਂ। ਉਹਦੀ ਕੀਮਤ ਕਦੇ ਵੀ ਆਊਟਡੇਟ ਨਹੀਂ ਹੋਊ, ਘਟੂਗੀ ਨਹੀਂ। ਜਿਵੇਂ ਕਿ ਅਸੀਂ ਪਹਿਲਾਂ ਬਾਰਟਰ ਸਿਸਟਮ ਦੀ ਜੇ ਗੱਲ ਕਰੀਏ ਤਾਂ ਜੇ ਤੁਸੀਂ ਕਣਕ ਰੱਖ ਰਹੇ ਹੋ ਆਪਣੇ ਕੋਲ ਕਿ ਮੈਂ ਕੱਲ ਨੂੰ ਕਣਕ ਦੇ ਬਦਲੇ ਕੱਪੜੇ ਲੈ ਲੂੰ, ਤਾਂ ਹੁਣ ਤੁਸੀਂ ਉਹਨੂੰ 10 ਸਾਲ ਤੱਕ ਤਾਂ ਰੱਖ ਨਹੀਂ ਸਕਦੇ, ਉਹਦੀ ਕੀਮਤ ਘਟ ਜੂ, ਉਹ ਖਰਾਬ ਹੋ ਜੂ। ਪਰ ਪੈਸਾ ਇਹੋ ਜਿਹੀ ਚੀਜ਼ ਹੈ ਜਿਹੜੀ ਤੁਸੀਂ ਜਿੰਨੇ ਮਰਜ਼ੀ ਸਾਲ ਰੱਖ ਲਓ, ਉਹ ਉਵੇਂ ਦਾ ਉਵੇਂ ਹੀ ਰਹੂਗਾ। ਉਹਦੀ ਵੈਲਿਊ ਜਿੰਨੀ ਹੈ, ਜਿੰਨੇ ਰੁਪਏ ਦਾ ਨੋਟ ਹੈ, ਕੁਆਇਨ ਹੈ, ਓਨਾ ਹੀ ਰਹੂਗਾ। ਨੈਕਸਟ ਕਹਿੰਦੇ ਮਨੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਕੀ ਆਉਂਦਾ? ਇਹਦੇ ਵਿੱਚ ਕੁਆਇਨ ਆਉਂਦੇ ਨੇ, ਪੇਪਰ ਨੋਟ ਆਉਂਦਾ, ਕਰੰਸੀ, ਚੈੱਕ, ਡਿਜੀਟਲ ਮਨੀ ਜੋ ਆਪਣੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੇ ਵਿੱਚ ਪੈਸਾ ਪਿਆ, ਜੋ ਆਪਣਾ ਪੈਸਾ ਬੈਂਕ 'ਚ ਪਿਆ, ਹਰ ਤਰ੍ਹਾਂ ਦਾ ਪੈਸਾ ਜਿਹਦੀ ਇੱਕ ਵੈਲਿਊ ਹੈ, ਕੋਈ ਕੀਮਤ ਆ, ਉਹਨੂੰ ਆਪਾਂ ਮਨੀ ਦੇ ਅੰਦਰ ਲੈ ਕੇ ਆਉਂਦੇ ਹਾਂ। ਇਹਦੇ ਨਾਲ ਆਪਾਂ ਕੁਝ ਵੀ ਖਰੀਦ ਸਕਦੇ ਹਾਂ ਤੇ ਕੋਈ ਆਪਾਂ ਨੂੰ ਮਨਾ ਨਹੀਂ ਕਰ ਸਕਦਾ ਕਿ ਤੂੰ ਮੈਨੂੰ 10 ਰੁਪਏ ਦੇ ਰਿਹਾ, ਮੈਂ ਤੈਨੂੰ ਇਹ ਚੀਜ਼ ਨਹੀਂ ਦੇਣੀ। ਸੋ ਆਪਣੇ ਕੋਲ ਜੇ 100 ਰੁਪਇਆ, ਆਪਾਂ ਕਿਸੇ ਦੁਕਾਨਦਾਰ ਦੇ ਕੋਲ 100 ਰੁਪਏ ਦੀ ਚੀਜ਼ ਲੈਣ ਚਲੇ ਗਏ
ਤਾਂ ਉਹ ਆਪਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਇਹ 100 ਰੁਪਏ ਦੇ ਨਾਲ ਮੈਂ ਤੈਨੂੰ ਚੀਜ਼ ਨਹੀਂ ਦਊਂਗਾ, ਜਾਂ ਤੂੰ ਇਹ ਹੋ ਸਕਦਾ ਹੈ ਕਿ ਜੇ ਆਪਣਾ ਨੋਟ ਫਟਿਆ ਹੋਇਆ ਤਾਂ ਆਪਾਂ ਨੂੰ ਮਨਾ ਕਰ ਦੇਵੇ, ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ। ਪਰ ਪੈਸੇ ਦੀ ਕੀਮਤ ਨੂੰ ਕੋਈ ਮਨਾ ਨਹੀਂ ਕਰ ਸਕਦਾ ਕਿ ਮੈਂ ਨਹੀਂ ਮੰਨਦਾ ਇਹ ਨੋਟ 100 ਰੁਪਏ ਨੂੰ 100 ਰੁਪਇਆ ਨਹੀਂ ਮੈਂ ਮੰਨਦਾ, ਇਹਦੀ ਵੈਲਿਊ ਮੈਂ ਇੰਨੀ ਨਹੀਂ ਮੰਨਦਾ। ਇਹ ਚੀਜ਼ ਤੁਹਾਨੂੰ ਕੋਈ ਵੀ ਨਹੀਂ ਕਹਿ ਸਕਦਾ। ਤੁਸੀਂ ਬੈਂਕ 'ਚ 1000 ਰੁਪਇਆ ਜਮ੍ਹਾਂ ਕਰਾਉਣ ਜਾ ਰਹੇ ਹੋ, ਬੈਂਕਰ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਇਸ 1000 ਰੁਪਏ ਨੂੰ 200 ਰੁਪਇਆ ਮੰਨੂਗਾ। ਸੋ ਸਿੰਪਲ ਜੀ ਗੱਲ ਹੈ ਵੀ ਪੈਸੇ ਦੀ ਕੀਮਤ ਓਨੀ ਦੀ ਓਨੀ ਹੀ ਰਹਿੰਦੀ ਹੈ। ਇਹਨੂੰ ਇੱਕ ਲੀਗਲੀ ਇੱਕ ਜਾਇਜ਼ ਤੌਰ ਤੇ ਐਕਸੈਪਟ ਕੀਤਾ ਜਾਂਦਾ ਮੀਡੀਅਮ ਆਫ ਐਕਸਚੇਂਜ ਦੇ ਲਈ, ਕਿਸੇ ਚੀਜ਼ ਨੂੰ ਖਰੀਦਣ ਦੇ ਲਈ। ਨੈਕਸਟ ਹੈ ਹੁਣ ਮਨੀ ਦਾ ਕੰਮ ਕੀ ਹੈ, ਇਹਦੇ ਫੰਕਸ਼ਨ ਕੀ ਨੇ। ਸੋ ਮਨੀ ਦੇ ਕੰਮ ਨੂੰ ਆਪਾਂ ਦੋ ਤਰੀਕੇ ਦੇ ਵਿੱਚ ਵੰਡਦੇ ਆ, ਪ੍ਰਾਇਮਰੀ ਫੰਕਸ਼ਨ ਜਿਹੜੇ ਬੇਸਿਕ, ਤੇ ਦੂਜਾ ਹੈ ਸੈਕੰਡਰੀ। ਪ੍ਰਾਇਮਰੀ ਫੰਕਸ਼ਨ ਦੇ ਵਿੱਚ ਆਉਂਦਾ ਪਹਿਲੀ ਚੀਜ਼ ਮੀਡੀਅਮ ਆਫ ਐਕਸਚੇਂਜ, ਜੋ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕੀ ਹਾਂ। ਤੁਸੀਂ ਕੋਈ ਚੀਜ਼ ਵੇਚਣੀ ਹੈ, ਖਰੀਦਣੀ ਹੈ, ਆਪਾਂ ਸਾਰਾ ਕੁਝ ਪੈਸੇ ਦੇ ਨਾਲ ਹੀ ਕਰਦੇ ਹਾਂ। ਦੂਜੀ ਚੀਜ਼ ਹੈ ਮੈਜਰ ਆਫ ਵੈਲਿਊ, ਇਹਦੇ ਨਾਲ ਆਪਾਂ ਇੱਕ ਕੀਮਤ ਮਾਪ ਲੈਂਦੇ ਹਾਂ ਵੀ ਸਾਡੇ ਕੋਲ ਇੰਨਾ ਪੈਸਾ ਹੈ, ਮੈਂ ਕੋਈ ਪ੍ਰਾਪਰਟੀ ਕੱਲ ਨੂੰ ਖਰੀਦਣੀ ਹੈ, ਮੈਂ ਕਹੂੰਗੀ ਮੇਰੇ ਕੋਲ 50 ਲੱਖ ਰੁਪਏ ਪਿਆ। ਸੋ ਇੱਕ ਮੈਜਰਮੈਂਟ ਹੈ, ਆਪਾਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਦੇ ਨਾਲ ਮਨੀ ਦੇ ਨਾਲ ਤੋਲ ਸਕਦੇ ਹਾਂ, ਮੈਜਰ ਕਰ ਸਕਦੇ ਹਾਂ। ਨੈਕਸਟ ਹੈ ਸੈਕੰਡਰੀ ਫੰਕਸ਼ਨ, ਆਪਾਂ ਮਨੀ ਨੂੰ ਬਚਾ ਕੇ ਰੱਖ ਸਕਦੇ ਹਾਂ, ਸਟੋਰ ਕਰਕੇ ਰੱਖ ਸਕਦੇ ਹਾਂ। ਸੋ ਇਹਨੂੰ ਆਪਾਂ ਚਾਹੇ ਘਰ 'ਚ ਸਟੋਰ ਕਰੀਏ, ਚਾਹੇ ਇਹਨੂੰ ਆਪਾਂ ਵਿਆਜ ਤੇ ਦੇ ਦਈਏ, ਚਾਹੇ ਇਹਨੂੰ ਆਪਾਂ ਬੈਂਕ 'ਚ ਦੇ ਦਈਏ। ਦੈਨ ਸਟੈਂਡਰਡ ਆਫ ਡੈਫਰਡ ਪੇਮੈਂਟ, ਜੇ ਆਪਾਂ ਨੇ ਕੋਈ ਹੋਰ ਪੇਮੈਂਟ ਕਰਨੀ ਹੈ, ਕੋਈ ਇੰਟਰਸਟ ਪੇਮੈਂਟ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਉਹਦੇ ਲਈ ਵੀ ਮਨੀ ਦੀ ਆਪਾਂ ਵਰਤੋਂ ਕਰਦੇ ਹਾਂ। ਸੋ ਪਹਿਲੀ ਆਉਂਦੀ ਹੈ ਲੀਗਲ ਟੈਂਡਰ ਮਨੀ। ਹੁਣ ਆਪਾਂ ਇਹ ਕਿਸਮਾਂ ਪੜ੍ਹ ਰਹੇ ਹਾਂ, ਮਨੀ ਦੀਆਂ ਟਾਈਪਸ ਪੜ੍ਹਨ ਜਾ ਰਹੇ ਹਾਂ। ਸੋ ਲੀਗਲ ਟੈਂਡਰ ਮਨੀ ਦਾ ਮਤਲਬ ਹੈ ਕਿ ਜੇ ਆਪਾਂ ਨੇ ਕਿਸੇ ਦਾ ਕੋਈ ਪੈਸਾ ਦੇਣਾ, ਲੈਣਾ, ਕੋਈ ਕਰਜ਼ਾ ਜਾਂ ਫਿਰ ਕੋਈ ਨਾਰਮਲ ਪੇਮੈਂਟ ਦੀ ਗੱਲ ਕਰ ਲਓ, ਤਾਂ ਜਿਹੜਾ ਪੈਸਾ ਆਪਾਂ ਆਮ ਤੌਰ ਤੇ ਵਰਤਦੇ ਹਾਂ, ਜਾਇਜ਼ ਤੌਰ ਤੇ, ਲੀਗਲੀ ਤੌਰ ਤੇ ਆਪਾਂ ਕੋਈ ਵੀ ਪੇਮੈਂਟ ਕਰਨ ਦੇ ਲਈ ਵਰਤਦੇ ਹਾਂ, ਉਹ ਹੁੰਦੀ ਹੈ ਲੀਗਲ ਟੈਂਡਰ ਮਨੀ। ਸੋ ਮਨੀ ਵਿਚ ਕੈਨ ਬੀ ਲੀਗਲੀ ਯੂਜ਼ਡ ਟੂ ਮੇਕ ਪੇਮੈਂਟ ਫॉर ਸਮ obliged debt, ਕੋਈ ਆਪਣਾ ਕਿਸੇ ਨੂੰ ਪੈਸਾ ਦੇਣ ਵਾਲਾ ਰਹਿੰਦਾ, ਆਪਾਂ ਨੇ ਕਿਸੇ ਤੋਂ ਕੋਈ ਚੀਜ਼ ਖਰੀਦਣੀ ਹੈ, ਸੋ ਉਹ ਹੈ ਲੀਗਲ ਟੈਂਡਰ ਮਨੀ। ਇਹ ਦੋ ਤਰ੍ਹਾਂ ਦੀ ਹੈ। ਪਹਿਲੀ ਜਿਹਦੀ ਵੈਲਿਊ ਕੁਝ ਲਿਮਿਟਿਡ ਹੈ, ਆਪਾਂ ਉਹਨੂੰ ਕੁਝ ਇੱਕ ਲਿਮਿਟ ਤੱਕ ਦੀ ਚੀਜ਼ ਦੇ ਲਈ, ਲਿਮਿਟ ਤੱਕ ਦੇ ਕਰਜ਼ੇ ਦੇ ਲਈ, ਲਿਮਿਟ ਤੱਕ ਦੇ ਲੈਣ ਦੇਣ ਦੇ ਲਈ ਹੀ ਵਰਤ ਸਕਦੇ ਹਾਂ। ਦੂਜੀ ਹੈ ਅਨਲਿਮਿਟਿਡ, ਇਹਦੀ ਕੋਈ ਫਿਕਸਡ ਅਮਾਉਂਟ ਨਹੀਂ ਹੈ, ਕੋਈ ਫਿਕਸਡ ਲਿਮਿਟ ਨਹੀਂ ਹੈ। ਜੇ ਤੁਹਾਡੇ ਕੋਲ ਇਹ ਪੈਸਾ ਹੈਗਾ, ਤੁਹਾਡੇ ਕੋਲ ਜਿੰਨਾ ਪੈਸਾ ਹੈ ਸਾਰਾ ਦਾ ਸਾਰਾ ਤੁਸੀਂ ਵਰਤ ਸਕਦੇ ਹੋ। ਸੋ ਲਿਮਿਟਿਡ ਦੀ ਐਗਜ਼ਾਮਪਲ ਹੈ ਕੁਆਇਨਸ। ਆਪਾਂ ਨੂੰ ਪਤਾ ਹੈ ਕਿ ਹੁਣ ਕੁਆਇਨਸ ਦੀ ਵੈਲਿਊ ਓਨੀ ਨਹੀਂ ਰਹੀ, ਆਪਾਂ ਕੀ ਕਰ ਸਕਦੇ ਹਾਂ, ਕਿਤੇ ਇੱਕ ਪ੍ਰੋਪਰ ਲਿਮਿਟ ਲੱਗ ਸਕਦੀ ਹੈ। ਜੇ ਆਪਾਂ ਨੇ ਕਿਸੇ ਤੋਂ ਮੰਨ ਲਓ ਲੱਖ ਰੁਪਏ ਦਾ ਕਰਜ਼ਾ ਲਿਆ, ਆਪਾਂ ਨੂੰ ਉਹ ਬੰਦਾ ਕਹਿ ਸਕਦਾ ਵੀ ਮੈਂ ਕੁਆਇਨ ਸਿਰਫ 10,000 ਦੇ ਹੀ ਲਊਂਗਾ, ਮੈਂ ਲੱਖ ਰੁਪਏ ਦੇ ਪੂਰੇ ਕੁਆਇਨ ਨਹੀਂ ਲਊਂਗਾ। ਸੋ ਇੱਕ ਲਿਮਿਟ ਲੱਗ ਜਾਂਦੀ ਹੈ ਕੁਆਇਨਸ ਦੇ ਵਿੱਚ ਜਦੋਂ ਆਪਾਂ ਪੇਮੈਂਟ ਕਰਦੇ ਹਾਂ। ਫਿਰ ਆਉਂਦੀ ਹੈ ਅਨਲਿਮਿਟਿਡ, ਜਦੋਂ ਆਪਾਂ ਪੇਪਰ ਜਿਹੜੇ ਆਪਣੇ ਕੋਲ ਹੁਣ ਕਰੰਸੀ ਨੋਟ ਨੇ, ਕਾਗਜ਼ ਵਾਲੇ ਜਿਹੜੇ ਨੋਟ ਨੇ, ਉਹਨਾਂ ਦੇ ਉੱਤੇ ਕੋਈ ਲਿਮਿਟ ਨਹੀਂ, ਕੋਈ ਨਹੀਂ ਤੁਹਾਨੂੰ ਕਹਿ ਸਕਦਾ ਵੀ ਤੁਸੀਂ ਕਾਗਜ਼ ਦੇ ਥਰੂ ਪੇਮੈਂਟ ਨਾ ਕਰੋ। ਕੁਆਇਨਸ ਦੇ ਥਰੂ ਇੱਕ ਲਿਮਿਟ ਹੈ ਕਿ ਤੁਸੀਂ ਇੰਨੀ ਹੀ ਪੇਮੈਂਟ ਕਰ ਸਕਦੇ ਹੋ, ਪਰ ਕਰੰਸੀ ਨੋਟ ਜਿਹੜੇ ਕਾਗਜ਼ ਦੇ ਨੋਟ ਨੇ, ਪੇਪਰ ਨੋਟ ਨੇ, ਉਹ ਅਨਲਿਮਿਟਿਡ ਪੇਮੈਂਟ ਕਰ ਸਕਦੇ ਨੇ, ਉਹਨਾਂ ਨੂੰ ਲੈ ਕੇ ਕੋਈ ਵੀ ਫਿਕਸਡ ਲਿਮਿਟ ਨਹੀਂ ਹੈ। ਦੈਨ ਫੁੱਲ ਬੋਡੀਡ ਮਨੀ। ਫੁੱਲ ਬੋਡੀਡ ਮਨੀ ਦਾ ਮਤਲਬ ਹੈ ਕਿ ਉਹ ਚੀਜ਼ਾਂ, ਉਹ ਪੈਸਾ ਜਿਹੜੀ ਚੀਜ਼ ਹੈ ਅੰਦਰ, ਜੋ ਮਟੀਰੀਅਲ ਹੈ, ਆਪਾਂ ਉਸ ਮਟੀਰੀਅਲ ਦੇ ਮੁਤਾਬਿਕ ਉਹਨੂੰ ਪੈਸੇ ਦੀ ਵੈਲਿਊ 'ਚ ਮਾਪਦੇ ਹਾਂ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਸੋਨੇ ਦੇ ਕੁਆਇਨ, ਚਾਂਦੀ ਦੇ ਕੁਆਇਨ। ਸੋ ਜਿਹੜੇ ਸੋਨੇ ਚਾਂਦੀ ਦੇ ਕੁਆਇਨ ਹੁੰਦੇ ਨੇ, ਉਹਦੇ ਅੰਦਰ ਜਿੰਨੀ ਕਮੋਡਿਟੀ, ਜਿੰਨਾ ਸੋਨਾ ਯੂਜ਼ ਹੋਇਆ, ਜਿੰਨੇ ਦੀ ਚਾਂਦੀ ਲੱਗੀ ਹੈ, ਉਸਨੂੰ ਆਪਾਂ ਮਨੀ ਵੈਲਿਊ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਸੋ ਮੰਨ ਲਓ ਕੋਈ 1 ਗ੍ਰਾਮ ਦਾ ਹੈ, ਕੋਈ 2 ਗ੍ਰਾਮ ਦਾ ਹੈ, ਸੋ ਜਿੰਨਾ ਉਹਦੇ ਸੋਨਾ ਲੱਗਿਆ, ਉਸ ਟਾਈਮ ਸੋਨੇ ਦੀ, ਚਾਂਦੀ ਦੀ ਜਿੰਨੀ ਵੈਲਿਊ ਹੋਊਗੀ, ਆਪਾਂ ਉਹਨੂੰ ਫੁੱਲੀ, ਉਹਦੀ ਪੂਰੀ ਬੋਡੀ ਚੋਂ ਜਿੰਨਾ ਸੋਨਾ, ਜਿੰਨਾ ਚਾਂਦੀ ਨਿਕਲ ਰਿਹਾ, ਉਹਦੇ ਅਕੋਰਡਿੰਗ ਜਦੋਂ ਆਪਾਂ ਉਹਨੂੰ ਪੈਸੇ ਦੇ ਵਿੱਚ ਤੋਲਦੇ ਹਾਂ, ਤਾਂ ਉਸ ਚੀਜ਼ ਨੂੰ ਕਹਿੰਦੇ ਆ ਫੁੱਲ ਬੋਡੀਡ ਮਨੀ। ਸੋ ਇਹ ਵੀ ਇੱਕ ਲੀਗਲ, ਇੱਕ ਜਾਇਜ਼ ਮਨੀ ਦੀ ਕੈਟੇਗਰੀ ਹੈ। ਨੈਕਸਟ ਹੈ ਰਿਪਰੈਜ਼ੈਂਟੇਟਿਵ ਫੁੱਲ ਬੋਡੀਡ ਮਨੀ। ਇਹ ਉਹ ਮਨੀ ਹੈ ਜਿਹਦੀ ਆਪਣੀ ਕਮੋਡਿਟੀ ਵੈਲਿਊ ਤੋਂ ਘੱਟ ਹੁੰਦੀ ਹੈ, ਫੇਸ ਵੈਲਿਊ ਤੋਂ।
ਹੁਣ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਪੇਪਰ ਨੋਟ। ਕਾਗਜ਼ ਤੇ ਖਰਚਾ ਤਾਂ ਬਹੁਤ ਘੱਟ ਹੈ, ਆਪਾਂ ਨੂੰ ਪਤਾ ਹੈ ਕਿ ਇੱਕ ਪੇਪਰ ਨੋਟ ਤਿਆਰ ਕਰਨ ਦੀ ਤਾਂ ਬਹੁਤ ਜ਼ਿਆਦਾ ਉਹਦੇ ਤੇ ਘੱਟ ਖਰਚਾ ਲੱਗਦਾ, ਚਾਹੇ ਕੋਈ 2000 ਦਾ ਨੋਟ ਹੈ, ਕੋਈ 500 ਦਾ, ਕੋਈ 200 ਰੁਪਏ ਦਾ ਨੋਟ ਹੈ। ਕਾਗਜ਼ ਤੇ ਉਹਦੇ ਤੇ ਐਫਰਟ, ਉਹਦੇ ਤੇ ਜੋ ਖਰਚਾ ਹੋਇਆ ਉਹ ਤਾਂ ਸੇਮ ਲੱਗਦਾ, ਪਰ ਉਹਦੀ ਜਿਹੜੀ ਵੈਲਿਊ ਹੈ, ਹੁਣ 200 ਰੁਪਏ ਦਾ ਨੋਟ ਹੈ, ਇੱਕ 2000 ਦਾ ਨੋਟ ਹੈ, ਦੋਨਾਂ ਦੇ ਅੰਦਰ ਮਟੀਰੀਅਲ ਕਮੋਡਿਟੀ ਸੇਮ ਯੂਜ਼ ਹੋਈ ਹੈ। ਉਰੇ ਆਪਾਂ ਚਾਂਦੀ ਸੋਨੇ ਵਾਲੀ ਗੱਲ ਨਹੀਂ ਕਰ ਰਹੇ, ਉਹ ਜਿਹੜੇ ਕੁਆਇਨ ਨੇ ਉਹ ਫੁੱਲ ਬੋਡੀਡ ਕੁਆਇਨ ਨੇ, ਜਿੰਨੇ ਦੀ ਉਹਨਾਂ ਦੇ ਅੰਦਰ ਕਮੋਡਿਟੀ ਯੂਜ਼ ਹੋਈ ਹੈ, ਸੋਨਾ ਲੱਗਿਆ, ਉਨੇ ਹੀ ਆਪਾਂ ਨੂੰ ਪੈਸੇ ਮਿਲਣਗੇ। ਉਰੇ ਕਹਿ ਰਹੇ ਨੇ ਵੀ ਰੈਪਰੈਜ਼ੈਂਟੇਟਿਵ ਫੁੱਲ ਬੋਡੀ ਮਨੀ ਉਹ ਮਨੀ ਹੈ ਜਿਹਦੇ ਵਿੱਚ ਕਮੋਡਿਟੀ ਜਿਹੜੀ ਲੱਗੀ ਹੈ ਉਹਦੀ ਵੈਲਿਊ ਘੱਟ ਹੈ, ਪਰ ਉਸ ਨੋਟ ਦੀ, ਉਸ ਮਨੀ ਦੀ ਵੈਲਿਊ ਬਹੁਤ ਜ਼ਿਆਦਾ ਹੈ। ਫॉर एग्जांपल ਪੇਪਰ ਨੋਟ, ਜਿਹੜੇ ਆਪਣੇ ਕਾਗਜ਼ ਦੇ ਨੋਟ ਨੇ, ਇੱਕ ਕਾਗਜ਼ ਦੇ ਉੱਤੇ ਤਾਂ ਕੋਈ ਵੀ ਖਰਚਾ ਨਹੀਂ ਆਉਂਦਾ, ਬਹੁਤ ਘੱਟ ਖਰਚਾ ਆਉਂਦਾ, ਪਰ ਇੱਕ 2000 ਨੋਟ ਹੈ, ਇੱਕ 200 ਦਾ ਨੋਟ ਹੈ, ਉਹਨਾਂ ਉੱਤੇ ਜੋ ਆਪਾਂ ਨੇ ਵੈਲਿਊ ਲਿਖ ਕੇ ਲਾਤੀ, ਇੱਕ ਨੋਟ ਤੇ 200 ਰੁਪਏ ਲਿਖ ਕੇ ਲਾਤਾ, ਦੂਜੇ ਤੇ 2000 ਪ੍ਰਿੰਟ ਹੋਇਆ, ਸੋ 2000 ਵਾਲੇ ਦੀ ਵੈਲਿਊ ਜ਼ਿਆਦਾ ਹੋਊਗੀ। ਨੈਕਸਟ ਆਉਂਦਾ ਕ੍ਰੈਡਿਟ ਮਨੀ। ਇਹ ਉਹ ਮਨੀ ਹੈ ਜਿਹਦੀ ਫੇਸ ਵੈਲਿਊ ਤੋਂ ਜਿਹੜਾ ਪੈਸਾ ਹੈ ਉਹ ਘੱਟ ਹੁੰਦਾ ਹੈ। ਸੋ ਬੇਸਿਕਲੀ ਜਿਹੜੀ ਮਨੀ ਵੈਲਿਊ ਹੈ ਉਰੇ ਉਹ ਜ਼ਿਆਦਾ ਹੋਊਗੀ ਕਮੋਡਿਟੀ ਦੀ ਵੈਲਿਊ ਨਾਲੋਂ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਇਹ ਵੀ ਆਲਮੋਸਟ ਸੇਮ ਹੈ, ਜਿਵੇਂ ਆਪਾਂ ਬੈਂਕ 'ਚ ਕੋਈ ਪੈਸਾ ਡਿਪੋਜ਼ਿਟ ਕਰਵਾਉਂਦੇ ਆ, ਆਪਾਂ ਪੈਸਾ ਤਾਂ ਉਰੇ ਘੱਟ ਡਿਪੋਜ਼ਿਟ ਕਰਾ ਰਹੇ ਹਾਂ, ਪਰ ਆਪਣੇ ਕੋਲ ਵਿਆਜ ਲੱਗ ਕੇ ਪੈਸਾ ਜ਼ਿਆਦਾ ਆਊਗਾ। ਸੋ ਇਹ ਹੈ ਕ੍ਰੈਡਿਟ ਮਨੀ, ਜੋ ਆਪਾਂ ਕਿਸੇ ਨੂੰ ਜਿਵੇਂ ਦੇ ਰਹੇ ਹਾਂ, ਉਸ ਤੋਂ ਬਾਅਦ ਆਪਾਂ ਨੂੰ ਵਿਆਜ ਲੱਗ ਕੇ ਪੈਸਾ ਆ ਰਿਹਾ। ਸੋ ਆਈ ਹੋਪ ਤੁਸੀਂ ਇਹ ਤਿੰਨੋਂ ਕੈਟੇਗਰੀਜ਼ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਇਹਨਾਂ ਦੀਆਂ ਐਗਜ਼ਾਮਪਲਸ ਬਹੁਤ ਇੰਪੋਰਟੈਂਟ ਨੇ ਕਿ ਰੈਪਰੈਜ਼ੈਂਟੇਟਿਵ ਫੁੱਲ ਬੋਡੀ ਕੀ ਹੈ, ਸਿੰਪਲ ਫੁੱਲ ਬੋਡੀ ਦੇ ਅੰਦਰ ਕੀ ਆਉਂਦਾ। ਐਗਜ਼ਾਮ ਦੇ ਵਿੱਚ ਇਹਨਾਂ ਵਿੱਚੋਂ ਹੀ ਇੰਪੋਰਟੈਂਟ MCQ ਤਿਆਰ ਕੀਤੇ ਜਾਂਦੇ ਨੇ। ਹੁਣ ਆਪਾਂ ਗੱਲ ਕਰਾਂਗੇ ਕਿ ਇੰਡੀਆ ਦਾ ਮੋਨੇਟਰੀ ਸਿਸਟਮ ਕਿਵੇਂ ਦਾ, ਉਰੇ ਪੈਸੇ ਨੂੰ ਲੈ ਕੇ ਕਿਹੜੀ ਅਥਾਰਟੀ ਹੈ, ਕਿਵੇਂ ਕੰਮ ਚੱਲਦਾ ਹੈ। ਸੋ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾ ਨਾਮ ਆਉਂਦਾ ਹੈ RBI ਦਾ, ਜਿਹੜਾ ਆਪਣਾ ਟੌਪ ਏਪੈਕਸ ਬੈਂਕ ਹੈ। 1934 ਚ ਇਸਟੈਬਲਿਸ਼ ਕੀਤਾ ਗਿਆ ਸੀ ਇੱਕ ਐਕਟ ਦੇ ਤਹਿਤ। 1935 ਤੋਂ ਇਹਨੇ ਆਪਣਾ ਕੰਮ ਸ਼ੁਰੂ ਕਰਤਾ। ਸੋ RBI ਸਭ ਤੋਂ ਹਾਈਐਸਟ ਅਥਾਰਟੀ ਹੈ ਪੈਸੇ ਨੂੰ ਲੈ ਕੇ। ਜਿਹੜੀ ਪੇਪਰ ਕਰੰਸੀ ਹੈ ਉਹਦਾ ਸਟੈਂਡਰਡ ਹੀ ਇੰਡੀਆ ਦੇ ਵਿੱਚ ਫੋਲੋ ਕੀਤਾ ਜਾਂਦਾ ਹੈ। ਜੋ ਵੀ ਲੈਣ ਦੇਣ ਆਪਾਂ ਜ਼ਿਆਦਾ ਕਰਦੇ ਹਾਂ ਉਹ ਆਪਾਂ ਕਾਗਜ਼ ਦੇ ਨੋਟਾਂ ਦੇ ਜ਼ਰੀਏ ਹੀ ਕਰਦੇ ਹਾਂ। ਜਿਹੜੇ ਕੁਆਇਨਸ ਨੇ ਉਹ ਆਪਾਂ ਆਲਰੇਡੀ ਪੜ੍ਹ ਚੁੱਕੇ ਆ, ਉਹ ਸਿਰਫ ਕੁਝ ਲਿਮਿਟਿਡ ਪੇਮੈਂਟਸ ਲਈ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਕੋਈ ਛੋਟੇ ਲੈਵਲ ਦੀਆਂ ਪੇਮੈਂਟ ਲਈ, ਕੋਈ ਆਪਣੇ ਕੋਲ 2000 ਰੁਪਏ ਦਾ ਕੁਆਇਨ ਨਹੀਂ ਹੈ, ਸੋ ਇਸੇ ਲਈ ਜਿੰਨੀ ਲਿਮਿਟ ਹੈ ਆਪਾਂ ਉਨੇ ਨੂੰ ਲੈ ਕੇ ਹੀ ਕੁਆਇਨਸ ਦੀ ਵਰਤੋਂ ਕਰਾਂਗੇ। ਦੈਨ ਜਿਹੜਾ RBI ਆ ਉਹਦੇ ਕੱਲੇ ਕੋਲ ਹੀ ਮੋਨੋਪੋਲੀ, ਮਤਲਬ ਕਿ ਕੱਲੇ ਦੀ ਹੀ ਅਥਾਰਟੀ ਹੈ ਪੇਪਰ ਕਰੰਸੀ ਨੂੰ ਇਸ਼ੂ ਕਰਨਾ। ਦੈਨ ਜਿਹੜੀ ਮਿਨਿਸਟਰੀ ਆਫ ਫਾਈਨਾਂਸ ਆ, ਜਿਹੜਾ 1 ਰੁਪਏ ਦਾ ਕੁਆਇਨ ਹੈ, ਸੋ ਉਹ ਕੌਣ ਇਸ਼ੂ ਕਰਦਾ ਹੈ? ਮਿਨਿਸਟਰੀ ਆਫ ਫਾਈਨਾਂਸ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੈਨ ਜਿਹੜਾ ਇੰਡੀਆ ਹੈ ਇਹ ਮਿਨੀਮਮ ਰਿਜ਼ਰਵ ਸਿਸਟਮ ਇਹ ਫੋਲੋ ਕਰਦਾ ਹੈ ਨੋਟਸ ਨੂੰ ਇਸ਼ੂ ਕਰਨ ਦੇ ਲਈ। ਇਹਦਾ ਮਤਲਬ ਹੈ ਕਿ ਜਿਹੜਾ RBI ਉਹ ਆਪਣੇ ਕੋਲ ਹਰ ਸਮੇਂ 200 ਕਰੋੜ ਰੁਪਇਆ ਆਪਣੇ ਕੋਲ ਰੱਖੇ ਗੋਲਡ ਦੇ ਤੌਰ ਤੇ ਜਾਂ ਫੋਰਨ ਐਕਸਚੇਂਜ ਦੇ ਤੌਰ ਤੇ ਵਰਲਡ ਬੈਂਕ ਦੇ ਵਿੱਚ। ਸੋ ਬੇਸਿਕਲੀ ਇਹਦਾ ਮਤਲਬ ਇਹ ਹੈ ਕਿ RBI ਨੇ ਜੇ ਨੋਟ ਛਾਪਣੇ ਨੇ, ਆਪਣੀ ਸੋਸਾਇਟੀ ਵਿੱਚ, ਆਪਣੀ ਮਾਰਕੀਟ ਵਿੱਚ ਨੋਟ ਛਾਪ ਕੇ ਕੱਢਣੇ ਨੇ, ਤਾਂ ਪਹਿਲਾਂ ਉਹਨੂੰ ਆਪਦੇ ਕੋਲ ਇੱਕ ਮਿਨੀਮਮ ਰਿਜ਼ਰਵ, ਇੱਕ ਲਿਮਿਟ ਦਾ ਪੈਸਾ ਰੱਖਣਾ ਪਊਗਾ। ਸੋ ਨੈਕਸਟ ਬਹੁਤ ਇੰਪੋਰਟੈਂਟ ਕੰਸੈਪਟ ਹੈ, ਬਹੁਤ ਬਰੀਕੀ ਨਾਲ ਸਮਝਣ ਵਾਲਾ ਕੰਸੈਪਟ ਹੈ ਕਿ ਮਨੀ ਸਪਲਾਈ ਕੀ ਹੈ। ਸੋ ਮਨੀ ਸਪਲਾਈ ਦਾ ਮਤਲਬ ਹੈ ਕੁੱਲ ਪੈਸਾ ਜੋ ਇੱਕ ਦੇਸ਼ ਦੇ ਲੋਕਾਂ ਦੇ ਕੋਲ ਹੈ, ਉੱਥੋਂ ਦੀ ਜਨਤਾ ਕੋਲ ਹੈ, ਪਬਲਿਕ ਕੋਲ ਆ। ਸੋ ਇੱਕ ਸਮੇਂ ਦੇ ਉੱਤੇ ਆਪਣੇ ਇਸ ਇੰਡੀਆ ਦੇ ਵਿੱਚ, ਜੇ ਆਪਾਂ ਇੰਡੀਆ ਕੰਟਰੀ ਦੀ ਗੱਲ ਕਰੀਏ, ਪੂਰੇ ਦੇਸ਼ ਦੇ ਲੋਕਾਂ ਕੋਲ ਕਿੰਨੇ ਪੈਸੇ ਨੇ, ਉਹ ਸਾਰੇ ਪੈਸਿਆਂ ਦਾ ਜੋੜ ਮਨੀ ਸਪਲਾਈ ਹੁੰਦਾ। ਸੋ ਕਹਿੰਦੇ ਮਨੀ ਸਪਲਾਈ ਦੇ ਵਿੱਚ ਸਿਰਫ ਆਪਾਂ ਪਬਲਿਕ ਦਾ ਪੈਸਾ ਦੇਖਦੇ ਹਾਂ, ਇਹਦੇ ਵਿੱਚ ਕੋਈ ਸਰਕਾਰ ਦਾ, ਬੈਂਕਾਂ ਦੇ ਕੋਲ ਕਿੰਨਾ ਪੈਸਾ, ਇਹ ਆਪਾਂ ਨਹੀਂ ਦੇਖਦੇ। ਸੋ 4 ਤਰੀਕੇ ਨੇ ਜਿਹਦੇ ਨਾਲ ਆਪਾਂ ਇਹ ਦੇਖਦੇ ਹਾਂ, ਮੈਜ਼ਰ ਕਰਦੇ ਹਾਂ ਵੀ ਇੱਕ ਟਾਈਮ ਤੇ ਕਿੰਨਾ ਪੈਸਾ ਹੈ ਪਬਲਿਕ ਦੇ ਕੋਲ। ਸੋ ਉਹਦਾ ਪਹਿਲਾ ਤਰੀਕਾ ਹੈ, ਇਹਦੇ ਵਿੱਚ ਆਪਾਂ ਨੇ ਕੀ ਕੀਤਾ, ਮਨੀ ਨੂੰ 4 ਭਾਗਾਂ 'ਚ ਆਪਾਂ ਨੇ ਵੰਡਤਾ। M1 ਪਹਿਲਾ ਤਰੀਕਾ, ਫਿਰ ਹੈ M2, M3, M4। ਜਿਹੜੀ ਵੀ ਇੱਕ ਸਰਕਾਰ ਹੈ ਜਾਂ ਕੋਈ ਆਰਥਿਕ ਜਿਹੜਾ ਸਰਵੇਖਣ ਵਗੈਰਾ ਕਰਦੀ ਹੈ ਜਾਂ ਕੋਈ ਹੋਰ ਆਪਣੀ ਇਕਨੋਮਿਕ ਬੋਡੀ ਹੈ,
ਜਿਹੜੀ ਪੂਰੇ ਦੇਸ਼ ਦੀ ਆਰਥਿਕ ਹਾਲਤ ਨੂੰ ਦੇਖਣ ਲਈ ਬਣਾਈ ਗਈ ਹੈ, ਜਾਂ ਕੋਈ ਮਿਨਿਸਟਰੀ ਆਫ ਫਾਈਨਾਂਸ ਹੈ, RBI ਹੈ, ਜੋ ਕੋਈ ਵੀ ਮਨੀ ਸਪਲਾਈ ਨੂੰ ਕੈਲਕੂਲੇਟ ਕਰਦਾ, ਉਹ ਇਹਨਾਂ ਚਾਰਾਂ ਤਰੀਕਿਆਂ ਚੋਂ ਕਿਸੇ ਨਾਲ ਵੀ ਕੈਲਕੂਲੇਟ ਕਰ ਸਕਦਾ ਹੈ। ਸੋ ਹੁਣ ਆਪਾਂ 1 by 1 ਇਹ ਚਾਰੋਂ ਪੜਾਂਗੇ। ਪਹਿਲਾ ਹੈ M1। M1 ਦੇ ਵਿੱਚ ਕਿਹੜਾ ਕਿਹੜਾ ਪੈਸਾ ਆਉਂਦਾ? ਜਦੋਂ ਕੋਈ M1 ਪਹਿਲੇ ਸਟੈਪ, ਇਹ ਪਹਿਲੀ ਤਕਨੀਕ ਦੇ ਨਾਲ ਪੈਸਾ ਮੈਜ਼ਰ ਕਰਦਾ, ਤਾਂ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਆਪਣੇ ਅੰਦਰ ਲੈ ਕੇ ਆਉਂਦਾ। ਸੋ ਉਹ ਦੇਖਦਾ ਵੀ ਲੋਕਾਂ ਦੇ ਕੋਲ ਕਿੰਨਾ ਪੇਪਰ ਮਨੀ ਹੈ, ਕਰੰਸੀ ਹੈ, ਕਿੰਨੇ ਕੋਇਨ ਨੇ, ਪਹਿਲੀ ਚੀਜ਼ ਹੋ ਗਈ। ਦੂਜੀ, ਲੋਕਾਂ ਦੇ ਆਪਣੇ ਜਮ੍ਹਾਂ ਕਰਾਏ ਹੋਏ ਕਮਰਸ਼ੀਅਲ ਬੈਂਕ ਦੇ ਵਿੱਚ ਕਿੰਨੇ ਪੈਸੇ ਨੇ, RBI ਦੇ ਕੋਲ ਕਿੰਨੇ ਡਿਪੋਜ਼ਿਟ ਨੇ। ਸੋ ਇਹ ਹੈ ਪਹਿਲਾ ਸਟੈਪ। ਜੇ ਆਪਾਂ ਨੇ ਸਿੰਪਲ ਬੇਸਿਕ ਲੈਵਲ ਤੇ ਮਨੀ ਸਪਲਾਈ ਨੂੰ ਮਾਪਣਾ, ਤਾਂ ਉਹਦੇ ਵਿੱਚ ਆਪਾਂ ਇਹ ਤਿੰਨ ਚੀਜ਼ਾਂ ਦਾ ਜੋੜ ਕਰਕੇ ਮਨੀ ਸਪਲਾਈ ਕੱਢ ਲੈਂਦੇ ਆ ਵੀ ਇੱਕ ਟਾਈਮ ਤੇ ਇਕਨੋਮੀ 'ਚ ਕਿੰਨਾ ਪੈਸਾ ਹੈਗਾ। ਨੈਕਸਟ ਆਉਂਦਾ M2। ਇਹ ਥੋੜਾ ਵੱਡਾ ਕੰਸੈਪਟ ਹੈ। ਇਹਦੇ ਵਿੱਚ ਕੀ ਹੁੰਦਾ, ਜੋ ਕੁਝ ਵੀ M1 ਦੇ ਵਿੱਚ ਸੀ, ਕੋਇਨ, ਕਰੰਸੀ, ਡਿਮਾਂਡ ਡਿਪੋਜ਼ਿਟ ਕਮਰਸ਼ੀਅਲ ਬੈਂਕ ਦੇ, RBI ਦੇ ਕੋਲ ਡਿਮਾਂਡ ਡਿਪੋਜ਼ਿਟ, ਪਲੱਸ ਇੱਕ ਨਵੀਂ ਚੀਜ਼ ਐਡ ਕਰਤੀ ਵੀ ਲੋਕਾਂ ਨੇ ਜਿਹੜੇ ਪੋਸਟ ਆਫਿਸ ਨੇ ਉਹਨਾਂ ਦੇ ਵਿੱਚ ਕਿੰਨੇ ਪੈਸੇ ਜਮ੍ਹਾਂ ਕਰਾਏ ਹੋਏ ਨੇ। ਸੋ ਬੇਸਿਕਲੀ ਲੋਕਾਂ ਦੇ ਡਿਮਾਂਡ ਡਿਪੋਜ਼ਿਟ ਆ ਗਏ, ਉਹਨਾਂ ਦੇ ਕੋਲ ਕਿੰਨਾ ਪੈਸਾ, ਤੇ ਉਹਨਾਂ ਨੇ ਪੋਸਟ ਆਫਿਸ ਡਾਕਖਾਨਿਆਂ ਦੇ ਵਿੱਚ ਸੇਵਿੰਗ ਬੈਂਕ 'ਚ ਕਿੰਨਾ ਪੈਸਾ ਜਮ੍ਹਾਂ ਕਰਾਇਆ ਹੈ। ਇਹ ਜਦੋਂ ਆਪਾਂ ਚਾਰ ਚੀਜ਼ਾਂ ਦਾ ਜੋੜ ਕਰਦੇ ਹਾਂ, ਜਦੋਂ ਆਪਾਂ ਇਸ ਤਰੀਕੇ ਦੇ ਨਾਲ ਮਨੀ ਸਪਲਾਈ ਕੈਲਕੂਲੇਟ ਕਰਦੇ ਹਾਂ, ਉਹਨੂੰ ਨਾਮ ਦਿੱਤਾ ਜਾਂਦਾ ਹੈ M2 ਦਾ। ਫਿਰ ਆਉਂਦੀ ਇੱਕ ਤੀਜੀ ਕੈਟੇਗਰੀ, ਉਹਦੇ ਵਿੱਚ ਕੀ ਹੈ, M1, ਜੋ ਆਪਾਂ ਨੇ M1 ਦੀਆਂ ਤਿੰਨ ਚੀਜ਼ਾਂ ਪੜ੍ਹੀਆਂ ਨੇ ਉਹ, ਪਲੱਸ ਇੱਕ ਸਮੇਂ ਤੇ ਬੈਂਕਾਂ ਦੇ ਕੋਲ ਕਿੰਨਾ ਡਿਪੋਜ਼ਿਟ ਹੈ, ਨੈਟ ਟਾਈਮ ਡਿਪੋਜ਼ਿਟ। ਸੋ ਟਾਈਮ ਡਿਪੋਜ਼ਿਟ ਹੁੰਦਾ ਜਿਹੜਾ ਕੁਝ ਸਮੇਂ ਦੇ ਲਈ ਲੋਕ ਆਪਣੇ ਬੈਂਕਾਂ ਦੇ ਵਿੱਚ ਪੈਸਾ ਜਮ੍ਹਾਂ ਕਰਵਾਉਣ। ਸੋ ਜਿਹੜੇ ਲੋਕਾਂ ਦੇ ਟਾਈਮ ਡਿਪੋਜ਼ਿਟ ਨੇ ਬੈਂਕਾਂ ਦੇ ਵਿੱਚ, ਉਰੇ ਆਪਾਂ ਡਿਮਾਂਡ ਡਿਪੋਜ਼ਿਟ ਦੀ ਗੱਲ ਨਹੀਂ ਕਰ ਰਹੇ, ਉਰੇ ਆਪਾਂ ਕਰ ਰਹੇ ਹਾਂ ਟਾਈਮ ਡਿਪੋਜ਼ਿਟ ਦੀ। ਜੋ ਕੁਝ ਸਮੇਂ ਦੇ ਲਈ, ਕੁਝ ਟਾਈਮ ਦੇ ਲਈ ਪ੍ਰੋਪਰ ਬੈਂਕਾਂ ਦੇ ਕੋਲ ਜਮ੍ਹਾਂ ਕਰਵਾਏ ਹੋਏ ਨੇ, ਉਹਨੂੰ ਆਪਾਂ ਡਿਮਾਂਡ ਤੇ ਮਤਲਬ ਆਪਣੀ ਮਰਜ਼ੀ ਦੇ ਨਾਲ ਕਦੇ ਵੀ ਨਹੀਂ ਕਢਾ ਸਕਦੇ। ਸੋ ਜਿਹੜਾ ਇਹ ਪੈਸਾ ਹੈ M1 ਪਲੱਸ ਟਾਈਮ ਡਿਪੋਜ਼ਿਟ, ਇਹ ਬਣਦਾ M3। ਜਦੋਂ ਕਿਸੇ ਨੇ M3 ਵਾਲਾ ਤਰੀਕਾ ਅਪਣਾਉਣਾ ਮਨੀ ਸਪਲਾਈ ਨੂੰ ਮਾਪਣ ਦੇ ਲਈ, ਤਾਂ ਉਹ M1 ਵਾਲੀਆਂ ਤਿੰਨ ਚੀਜ਼ਾਂ ਪਲੱਸ ਨੈਟ ਟਾਈਮ ਡਿਪੋਜ਼ਿਟ ਨੂੰ ਕੈਲਕੂਲੇਟ ਕਰੋ। ਲਾਸਟ ਵਿੱਚ ਆਉਂਦਾ M4। ਜਿਹੜਾ M4 ਆ, ਇਹ ਸਭ ਤੋਂ ਵੱਡਾ ਹੈ। ਇਹਦੇ ਵਿੱਚ M3 ਆ ਗਿਆ। ਹੁਣ M3 ਕੀ ਸੀ? ਪਹਿਲਾਂ ਤਾਂ ਸੀ ਲੋਕਾਂ ਦੇ ਕੋਲ ਕਿੰਨੀ ਕਰੰਸੀ ਹੈ, ਕਿੰਨੇ ਕੋਇਨ ਨੇ, ਕਿੰਨੀ ਡਿਮਾਂਡ ਡਿਪੋਜ਼ਿਟ ਕਮਰਸ਼ੀਅਲ ਬੈਂਕਾਂ ਕੋਲ ਆ, ਕਿੰਨੀ ਡਿਪੋਜ਼ਿਟ RBI ਕੋਲ ਆ। ਉਰੇ ਤੱਕ ਤੁਸੀਂ ਪਹਿਲਾਂ ਇੰਨੀ ਗੱਲ ਸਮਝ ਲਓ ਵੀ M1 ਆ ਗਿਆ। ਫਿਰ M3 ਦੇ ਵਿੱਚ ਹੋਰ ਕੀ ਸੀ? ਜਿੰਨਾ ਟਾਈਮ ਡਿਪੋਜ਼ਿਟ ਸੀ ਬੈਂਕਾਂ ਦੇ ਕੋਲ। ਇਹ ਆਪਣੇ ਕੋਲ ਚਾਰ ਚੀਜ਼ਾਂ ਤਾਂ ਆ ਗਈਆਂ, M3 ਬਣ ਗਿਆ ਪੂਰਾ। ਹੁਣ ਇਹਦੇ 'ਚ ਆਪਾਂ ਨੇ ਜਿਹੜੀ ਚੀਜ਼ M2 'ਚ ਐਡ ਕੀਤੀ ਸੀ, ਉਹ ਵੀ ਆਪਾਂ ਨੇ ਇਹਦੇ 'ਚ ਐਡ ਕਰ ਦੇਣੀ ਹੈ। ਪੋਸਟ ਆਫਿਸ ਡਾਕਖਾਨੇ ਦੇ ਵਿੱਚ ਕਿੰਨਾ ਟੋਟਲ ਡਿਪੋਜ਼ਿਟ ਹੈ। M2 ਦੇ ਵਿੱਚ ਆਪਾਂ ਨੇ ਸਿਰਫ ਸੇਵਿੰਗਸ ਦੀ ਗੱਲ ਕੀਤੀ ਸੀ, ਉਰੇ ਕੁੱਲ ਜਮ੍ਹਾਂ ਕਿੰਨਾ ਪੈਸਾ ਹੈ ਡਾਕਖਾਨੇ ਦੇ ਸੇਵਿੰਗ ਬੈਂਕ ਦੇ ਵਿੱਚ। ਸੋ ਉਹ ਚੀਜ਼ ਨੂੰ ਆਪਾਂ ਐਡ ਕਰਕੇ ਇਹ ਕੁੱਲ 5 ਚੀਜ਼ਾਂ ਨੂੰ ਜਦੋਂ ਆਪਾਂ ਜੋੜ ਲੈਂਦੇ ਹਾਂ, ਤਾਂ ਸਭ ਤੋਂ ਵੱਡਾ ਮਨੀ ਸਪਲਾਈ ਨੂੰ ਮਾਪਣ ਦਾ ਜ਼ਰੀਆ ਆਪਣੇ ਕੋਲ ਸਾਹਮਣੇ ਆਉਂਦਾ, ਮੈਥਡ ਸਾਹਮਣੇ ਆਉਂਦਾ, ਜਿਹਦਾ ਨਾਮ ਹੈ M4। ਸੋ ਤੁਸੀਂ ਸਿੰਪਲ ਜੀ ਗੱਲ ਦਿਮਾਗ 'ਚ ਬਿਠਾ ਲਓ ਵੀ ਇੱਕ ਸਰਕਾਰ ਹੈ ਜਾਂ RBI ਹੈ, ਕੋਈ ਵੱਡੀ ਆਰਗੇਨਾਈਜੇਸ਼ਨ ਹੈ, ਜਿਹਨੇ ਇਹ ਦੇਖਣਾ ਵੀ ਇਸ ਟਾਈਮ ਦੇਸ਼ 'ਚ ਕਿੰਨਾ ਪੈਸਾ ਹੈ। ਸੋ ਪਹਿਲੀ ਚੀਜ਼ ਤਾਂ ਉਹ ਬੈਂਕਾਂ ਨੂੰ ਕੱਢ ਦੇਣਗੇ, ਉਹ ਕੋਈ ਹੋਰ ਆਰਗੇਨਾਈਜੇਸ਼ਨ ਨੂੰ ਕੱਢ ਦੇਣਗੇ, ਸਰਕਾਰੀ ਆਰਗੇਨਾਈਜੇਸ਼ਨ ਨੂੰ ਕੱਢ ਦੇਣਗੇ। ਸਿਰਫ ਉਹਨਾਂ ਦਾ ਫੋਕਸ ਰਹੂਗਾ ਵੀ ਲੋਕਾਂ ਦਾ ਪੈਸਾ ਕਿੰਨਾ ਹੈ। ਸੋ ਲੋਕਾਂ ਦਾ ਪੈਸਾ, ਲੋਕਾਂ ਦੇ ਕੋਲ ਕਿੰਨਾ ਹੈ, ਉਹਨਾਂ ਨੇ ਬੈਂਕਾਂ 'ਚ ਕਿੰਨਾ ਜਮ੍ਹਾਂ ਕਰਾਇਆ, ਉਹਨਾਂ ਨੇ ਡਾਕਖਾਨਿਆਂ 'ਚ ਕਿੰਨਾ ਜਮ੍ਹਾਂ ਕਰਾਇਆ, ਚਾਹੇ ਉਹ ਡਿਮਾਂਡ ਡਿਪੋਜ਼ਿਟ ਹੈ, ਚਾਹੇ ਉਹ ਟੋਟਲ ਡਿਪੋਜ਼ਿਟ ਹੈ, ਚਾਹੇ ਉਹ ਟਾਈਮ ਡਿਪੋਜ਼ਿਟ ਹੈ। ਸੋ ਇਹ ਅਲੱਗ-ਅਲੱਗ ਕੈਟੇਗਰੀਜ਼ ਦੇ ਅਲੱਗ-ਅਲੱਗ ਤਰੀਕੇ ਦੇ ਨਾਲ, ਇਹਨਾਂ 'ਚੋਂ ਕੋਈ ਵੀ ਤਰੀਕਾ ਅਪਣਾ ਲਓ, ਇੱਕ ਸਹੀ ਮਨੀ ਸਪਲਾਈ ਕੈਲਕੂਲੇਟ ਆਪਾਂ ਕਰ ਸਕਦੇ ਹਾਂ, ਇੱਕ ਸਹੀ ਅੰਦਾਜ਼ਾ ਲਗਾ ਸਕਦੇ ਹਾਂ ਵੀ ਕਿੰਨੀ ਮਨੀ ਸਪਲਾਈ ਹੈ, ਕਿੰਨਾ ਪੈਸਾ ਘੁੰਮ ਰਿਹਾ ਹੈ ਪੂਰੇ ਇੱਕ ਦੇਸ਼ ਦੇ ਵਿੱਚ। ਹੁਣ ਨੈਕਸਟ ਚੀਜ਼ ਆ ਗਈ ਕਿ ਜਿਹੜਾ M1 ਹੈ, ਸਭ ਤੋਂ ਜ਼ਿਆਦਾ ਲਿਕੁਇਡ ਫਾਰਮ ਦਾ ਪੈਸਾ, ਮਤਲਬ ਜਿਹਨੂੰ ਆਪਾਂ ਜਲਦੀ ਕਢਾ ਸਕਦੇ ਹਾਂ, ਜਲਦੀ ਵਰਤ ਸਕਦੇ ਹਾਂ, ਉਹ ਹੈ M1 ਦੇ ਵਿੱਚ। ਸਭ ਤੋਂ ਘੱਟ ਲਿਕੁਇਡ ਦਾ ਮਤਲਬ ਹੁੰਦਾ ਹੈ ਜਿਹਨੂੰ ਆਪਾਂ ਜਲਦੀ ਯੂਜ਼ ਕਰ ਸਕੀਏ।
ਸੋ ਉਹ ਹੈ M4 ਦੇ ਵਿੱਚ। ਕਿਉਂ? ਇਹਦਾ ਫਰਕ ਕੀ ਹੈ? ਕਿਉਂਕਿ M1 ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਤਾਂ ਲੋਕਾਂ ਦੇ ਕੋਲ ਜਿੰਨਾ ਪੈਸਾ ਪਿਆ ਉਹ ਹੈ, ਪਲੱਸ ਡਿਮਾਂਡ ਡਿਪੋਜ਼ਿਟ ਹੈ। ਡਿਮਾਂਡ ਡਿਪੋਜ਼ਿਟ ਕੀ ਹੁੰਦਾ ਕਿ ਜਦੋਂ ਤੁਹਾਨੂੰ ਲੋੜ ਪਵੇ ਤੁਸੀਂ ਕਢਵਾ ਲਓ। ਪਰ M4 ਚ ਆਪਾਂ ਨੇ ਦੇਖਿਆ ਕਿ ਇਹਦੇ ਵਿੱਚ ਟੋਟਲ ਡਿਪੋਜ਼ਿਟ ਹੈ, ਟਾਈਮ ਡਿਪੋਜ਼ਿਟ ਹੈ। ਸੋ ਬੇਸਿਕਲੀ ਇਹਦੇ ਵਿੱਚ ਉਹ ਚੀਜ਼ਾਂ ਜ਼ਿਆਦਾ ਨੇ ਜਿਨ੍ਹਾਂ ਨੂੰ ਆਪਾਂ ਛੇਤੀ ਛੇਤੀ ਕਢਵਾ ਕੇ ਵਰਤ ਨਹੀਂ ਸਕਦੇ। ਸੋ ਉਸ ਤੋਂ ਬਾਅਦ ਹੁਣ ਆਪਾਂ ਪੜਾਂਗੇ ਵੀ ਹਾਈ ਪਾਵਰਡ ਮਨੀ ਕੀ ਹੁੰਦੀ ਹੈ। ਇਹ ਐਗਜ਼ਾਮੀਨਰਸ ਦਾ ਫੇਵਰੇਟ ਕੁਐਸਚਨ ਹੈ ਇਸ ਟੌਪਿਕ ਚੋਂ, ਇਸੇ ਲਈ ਮੈਂ ਤੁਹਾਨੂੰ ਇਹ ਅਲੱਗ ਤੋਂ ਕਰਵਾ ਰਹੀ ਹਾਂ। ਸੋ ਹਾਈ ਪਾਵਰਡ ਮਨੀ ਉਹ ਮਨੀ ਹੈ ਜਿਹੜੀ RBI ਜਾਂ ਇੱਕ ਦੇਸ਼ ਦੀ ਸਰਕਾਰ ਪ੍ਰੋਡਿਊਸ ਕਰੇ। So basically it includes currency held by public, cash reserved held by bank. So जो भी पैसा cash ਦੀ form ਚ, note, basically high powered money ਕੁਛ ਨਹੀਂ ਹੈ, ਇਹਨੂੰ ਦੂਜਾ ਨਾਮ ਦੇਤਾ ਹੈ ਜੋ ਆਪਣੇ ਕੋਲ currency ਆਉਂਦੀ ਹੈ। ਸੋ ਜੋ ਕਹਿੰਦੇ ਕਾਗਜ਼ ਵਾਲਾ ਪੈਸਾ ਲੋਕਾਂ ਦੇ ਕੋਲ ਹੈ ਜਾਂ ਬੈਂਕਾਂ 'ਚ ਡਿਪੋਜ਼ਿਟ ਹੈ ਕੈਸ਼, ਉਰੇ ਗੱਲ ਸਿਰਫ ਕੈਸ਼ ਰਿਜ਼ਰਵ ਦੀ ਹੋ ਰਹੀ ਹੈ, ਉਸ ਪੈਸੇ ਨੂੰ ਆਪਾਂ ਹਾਈ ਪਾਵਰਡ ਮਨੀ ਕਹਿੰਦੇ ਆ। ਬੇਸਿਕਲੀ ਹਾਈ ਪਾਵਰ ਦਾ ਮਤਲਬ ਹੈ ਕਿ ਕੋਈ ਵੱਡੀ ਅਥਾਰਟੀ ਦਾ ਹੱਕ ਹੈ ਉਹਦੇ ਤੇ ਉਹ ਪਾਵਰ ਵਾਲੀ ਅਥਾਰਟੀ ਹੀ ਇਹਨੂੰ ਲਾਂਚ ਕਰ ਸਕਦੀ ਹੈ, ਇਹਨੂੰ ਪ੍ਰੋਡਿਊਸ ਕਰ ਸਕਦੀ ਹੈ। ਸੋ ਜਿਹੜਾ ਪੈਸਾ ਇੱਕ ਦੇਸ਼ ਦੀ ਸਰਕਾਰ ਪ੍ਰੋਡਿਊਸ ਕਰੇ ਜਾਂ ਫਿਰ ਉਸ ਦੇਸ਼ ਦਾ ਟੌਪ ਬੈਂਕ RBI ਹੈ ਜਿਵੇਂ ਇੰਡੀਆ ਦਾ, ਉਹ ਪ੍ਰੋਡਿਊਸ ਕਰ ਸਕੇ, ਉਹਨੂੰ ਆਪਾਂ ਨੇ ਦੂਜਾ ਨਾਮ ਦਿੱਤਾ ਹੈ ਹਾਈ ਪਾਵਰਡ ਮਨੀ। ਸੋ ਹਾਈ ਪਾਵਰਡ ਮਨੀ ਦਾ ਸਿੰਬਲ ਹੈ H। ਸੋ ਇਹ ਦੂਜੀ ਮਨੀ ਤੋਂ ਕਹਿੰਦੇ ਅਲੱਗ ਕਿਉਂ ਹੈ ਸਿੰਪਲ ਵਾਲੀ ਤੋਂ? ਕਿਉਂਕਿ ਜਿਹੜੀ ਮਨੀ ਹੈ ਉਹਦੇ ਵਿੱਚ ਡਿਮਾਂਡ ਡਿਪੋਜ਼ਿਟ ਵੀ ਹੁੰਦਾ, ਉਹਦੇ ਵਿੱਚ ਕੈਸ਼ ਰਿਜ਼ਰਵ ਨੇ। ਸੋ ਬੇਸਿਕਲੀ ਜਿਹੜੀ ਇਹ ਮਨੀ ਹੈ ਇਹ ਬੈਂਕਾਂ ਦੇ ਕੋਲ ਪਈ ਹੈ। ਉਹਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਸਿੰਪਲ ਮਨੀ ਦੇ ਵਿੱਚ ਕਿ ਸਿਰਫ ਜਿਹੜਾ ਪੈਸਾ ਲੋਕਾਂ ਦੇ ਕੋਲ ਹੈ, ਉਰੇ ਆਪਾਂ ਨੇ ਨਾਲ ਬੈਂਕਾਂ 'ਚ ਜੋ ਕੈਸ਼ ਰਿਜ਼ਰਵ ਨੇ ਉਹਨੂੰ ਆਪਾਂ ਨੇ ਨਾਲ ਐਡ ਕਰਤਾ। ਸੋ ਹੁਣ ਆਪਣਾ ਨੈਕਸਟ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆਉਂਦਾ ਹੈ ਬੈਂਕਿੰਗ ਦਾ। ਮਨੀ ਤੇ ਬੈਂਕਿੰਗ ਨੂੰ ਹਮੇਸ਼ਾ ਟਰਾਈ ਕਰੋ ਕਿ ਤੁਸੀਂ ਇਕੱਠੇ ਪੜ੍ਹੋ, ਕਿਉਂਕਿ ਜਦੋਂ ਹੁਣ ਆਪਾਂ ਨੇ ਇੰਨੀਆਂ ਡੀਪਲੀ ਚੀਜ਼ਾਂ ਦੇਖ ਲਈਆਂ ਵੀ ਪੈਸਾ ਕੀ ਹੈ, ਉਹਦੀ ਸਪਲਾਈ ਕਿਵੇਂ ਹੁੰਦੀ ਹੈ, ਸੋ ਉਹਨੂੰ ਕੈਲਕੂਲੇਟ, ਉਹਨੂੰ ਮਾਪਿਆ ਕਿਵੇਂ ਜਾਂਦਾ, ਉਹਨੂੰ ਮੈਜਰ ਕਿਵੇਂ ਕਰਦੀਆਂ ਨੇ ਸਰਕਾਰਾਂ, RBI ਦਾ ਕੀ ਰੋਲ ਆ, ਹਾਈ ਪਾਵਰਡ ਮਨੀ ਕੀ ਹੈ। ਸੋ ਆਪਾਂ ਨੇ ਬੇਸਿਕਲੀ ਸਾਰੀਆਂ ਚੀਜ਼ਾਂ ਦੇਖ ਲਈਆਂ। ਹੁਣ ਆਪਾਂ ਨੇ ਇਹ ਵੀ ਉਹਦੇ 'ਚ ਪੜ੍ਹਿਆ ਸੀ ਕਿ ਕਿਵੇਂ ਕਿਵੇਂ ਟਾਈਮ ਡਿਪੋਜ਼ਿਟ, ਡਿਮਾਂਡ ਡਿਪੋਜ਼ਿਟ ਹੁੰਦੇ ਨੇ ਬੈਂਕ 'ਚ, ਜਿਨ੍ਹਾਂ ਨੂੰ ਆਪਾਂ ਮਨੀ ਸਪਲਾਈ ਨੂੰ ਕੈਲਕੂਲੇਟ ਕਰਨ ਦੇ ਲਈ ਪੜ੍ਹਦੇ ਹਾਂ। ਸੋ ਜਿੱਥੇ ਬੈਂਕਿੰਗ ਦੀ ਗੱਲ ਇੰਨੀ ਚੰਗੀ ਤਰ੍ਹਾਂ ਆ ਹੀ ਗਈ ਤਾਂ ਉੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਬੈਂਕ ਦਾ ਜਿਹੜਾ ਰਿਲੇਸ਼ਨ ਹੈ ਉਹਨੂੰ ਨਾਲ ਹੀ ਕਵਰ ਅਪ ਕਰੀਏ ਟੂ ਗੈਟ ਅ ਕਲੈਰਿਟੀ ਆਫ ਦ ਹੋਲ ਕਨਸੈਪਟ। ਸੋ ਲੈਟਸ ਸਟਾਰਟ ਵਿਦ ਅ ਟੌਪਿਕ। ਸੋ ਬੈਂਕਿੰਗ ਹੈ ਜਿਹੜੀ ਇੰਡੀਆ ਦੇ ਵਿੱਚ ਇਹ ਦੋ ਤਰ੍ਹਾਂ ਦੀ ਹੈ, ਕਮਰਸ਼ੀਅਲ ਬੈਂਕ, ਸੈਂਟਰਲ ਬੈਂਕ। ਕਮਰਸ਼ੀਅਲ ਬੈਂਕ ਉਹ ਬੈਂਕ ਨੇ ਜਿਹੜੇ ਡਿਪੋਜ਼ਿਟ ਲੋਕਾਂ ਦੇ ਐਕਸੈਪਟ ਕਰਦੇ ਨੇ, ਲੋਕਾਂ ਨੂੰ ਕਰਜ਼ਾ ਦਿੰਦੇ ਨੇ। ਪ੍ਰੋਫਿਟ ਮੋਟਿਵ ਇਹਨਾਂ ਦਾ ਮੇਨ ਮਕਸਦ ਹੈ, ਪ੍ਰੋਫਿਟ ਕਮਾਉਣਾ ਇਹਨਾਂ ਬੈਂਕਾਂ ਦਾ ਮੇਨ ਮਕਸਦ ਹੈ। ਇਹ ਤੁਸੀਂ ਜਿਹੜਾ ਏਮ ਹੈ ਇਹਨੂੰ ਯਾਦ ਕਰ ਲਓ, ਕਿਉਂਕਿ ਬਹੁਤ ਸਾਰੇ ਬੈਂਕ ਹੁੰਦੇ ਨੇ ਜਿਵੇਂ ਰੀਜਨਲ ਰੂਰਲ ਬੈਂਕ ਜਿਨ੍ਹਾਂ ਦਾ ਏਮ ਹੈ ਜਿਹੜਾ ਉਹ ਸੋਸ਼ਲ ਵੈਲਫੇਅਰ ਹੁੰਦਾ, ਬਟ ਜਿਹੜੇ ਕਮਰਸ਼ੀਅਲ ਬੈਂਕ ਨੇ ਇਹਨਾਂ ਦਾ ਸਿਰਫ ਔਰ ਸਿਰਫ ਏਮ ਹੈ ਕਿ ਇਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਿਵੇਂ ਕਮਾਉਣਾ। ਉਹ ਮੁਨਾਫੇ ਦੇ ਲਈ ਇਹ ਲੋਕਾਂ ਦੇ ਪੈਸੇ ਆਪਣੇ ਕੋਲ ਡਿਪੋਜ਼ਿਟ ਕਰਵਾਉਂਦੇ ਨੇ ਤੇ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਸਕੀਮਸ ਦੇ ਕੇ ਇੰਟਰਸਟ ਰੇਟ ਤੇ ਲੋਨ ਕਰਜ਼ੇ ਦੇ ਉੱਤੇ ਪੈਸਾ ਵੀ ਦਿੰਦੇ ਨੇ। ਸੋ ਦੋ ਮੇਨ ਫੰਕਸ਼ਨ ਨੇ ਕਮਰਸ਼ੀਅਲ ਬੈਂਕ ਦੇ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਹੈ। ਸੋ ਇੱਕ ਤਾਂ ਹੈ ਡਿਪੋਜ਼ਿਟ ਐਕਸੈਪਟ ਕਰਨੇ, ਦੂਜਾ ਹੈ ਲੋਨਸ ਐਡਵਾਂਸ ਕਰਨੇ। ਸੋ ਤੁਸੀਂ ਜਿਹੜਾ ਐਡਵਾਂਸਿੰਗ ਲੋਨ ਹੈ ਇਸ ਟਰਮ ਨੂੰ ਯਾਦ ਰੱਖੋ ਕਿ ਲੋਨ ਦੇਣ ਨੂੰ ਇੰਗਲਿਸ਼ 'ਚ ਐਡਵਾਂਸ ਕਰਨਾ ਕਹਿੰਦੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ। ਹੁਣ ਆਪਣੇ ਕਮਰਸ਼ੀਅਲ ਬੈਂਕ ਦੇ ਫੰਕਸ਼ਨ ਆਲਰੇਡੀ ਦੇਖ ਲਏ, ਐਕਸੈਪਟਿੰਗ ਡਿਪੋਜ਼ਿਟ, ਐਡਵਾਂਸਿੰਗ ਲੋਨ। ਹੁਣ ਆਪਾਂ ਮੂਵ ਕਰਦੇ ਹਾਂ ਸੈਂਟਰਲ ਬੈਂਕ ਦੇ ਫੰਕਸ਼ਨਸ ਤੇ। ਸੋ ਸੈਂਟਰਲ ਬੈਂਕ ਪਹਿਲਾਂ ਤੁਸੀਂ ਨਾਮ ਯਾਦ ਕਰ ਲਓ, RBI, ਰਿਜ਼ਰਵ ਬੈਂਕ ਆਫ ਇੰਡੀਆ, ਆਪਣੇ ਦੇਸ਼ ਦਾ ਸਭ ਤੋਂ ਟੌਪ ਸੈਂਟਰਲ ਹੈਡ ਹੈ ਜਦੋਂ ਵੀ ਆਪਾਂ ਬੈਂਕ ਦੀ ਗੱਲ ਕਰਦੇ ਹਾਂ। ਸੋ ਇਹਨੂੰ ਆਪਾਂ ਬੈਂਕਰਸ ਬੈਂਕ ਵੀ ਕਹਿੰਦੇ ਹਾਂ। ਕਿਉਂ? ਕਿਉਂਕਿ ਸਾਰੇ ਬੈਂਕਾਂ ਤੋਂ ਉੱਪਰ ਹੈ, ਟੌਪ ਤੇ ਹੈ, ਇਦੋਂ ਉੱਪਰ ਕੋਈ ਨਹੀਂ ਹੈ। ਸੋ ਨੰਬਰ 1 ਇਹਦਾ ਫੰਕਸ਼ਨ ਹੈ, ਇਹਦਾ ਕੰਮ ਹੈ ਬੈਂਕ ਆਫ ਇਸ਼ੂ। ਜੋ ਵੀ ਕਰੰਸੀ ਨੋਟ ਨੇ, ਕੁਆਇਨ ਨੇ, ਸੈਂਟਰਲ ਬੈਂਕ ਦੇ ਕੋਲ ਕੱਲੇ ਕੋਲ ਅਥਾਰਟੀ ਹੈ ਉਹਨਾਂ ਨੂੰ ਇਸ਼ੂ ਕਰਨ ਦੀ। ਐਕਸੈਪਟ ਸਿਰਫ ਜਿਹੜਾ 1 ਰੁਪਏ ਦਾ ਕੁਆਇਨ ਹੈ ਤੇ ਨੋਟ ਹੈ
ਉਹਨੂੰ ਮਿਨਿਸਟਰੀ ਆਫ ਫਾਈਨਾਂਸ, ਇਹ ਕੁਐਸਚਨ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰ ਰਹੀ ਹਾਂ ਕਿਉਂਕਿ ਐਗਜ਼ਾਮ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ ਕਿ 1 ਰੁਪਏ ਦਾ ਨੋਟ ਤੇ ਕੋਇਨ ਮਿਨਿਸਟਰੀ ਆਫ ਫਾਈਨਾਂਸ ਇਸ਼ੂ ਕਰਦੀ ਹੈ, ਬਾਕੀ ਜੋ ਵੀ ਕੋਇਨਸ ਨੇ, ਜੋ ਵੀ ਕਰੰਸੀ ਹੈ, ਜਿੰਨੇ ਵੀ ਪੇਪਰ ਨੋਟ ਨੇ, ਸਾਰੇ ਦੇ ਸਾਰੇ ਸੈਂਟਰਲ ਬੈਂਕ RBI ਹੀ ਇਸ਼ੂ ਕਰਦਾ ਹੈ। ਸੋ ਨੈਕਸਟ ਹੈ ਬੈਂਕਰਸ ਟੂ ਗਵਰਨਮੈਂਟ। ਕਹਿੰਦੇ ਜੇ ਸਰਕਾਰ ਨੂੰ, ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਐਡਵਾਈਸ ਚਾਹੀਦੀ ਹੈ, ਕੋਈ ਸਲਾਹ ਚਾਹੀਦੀ ਹੈ ਜਾਂ ਕੋਈ ਲੋਨ ਚਾਹੀਦੇ ਨੇ, ਕੋਈ ਟੈਂਪਰੇਰੀ ਲੋਨ ਚਾਹੀਦੇ ਨੇ, ਜਿਵੇਂ ਇੱਕ ਵੇਜ਼ ਐਂਡ ਮੀਨਸ ਐਡਵਾਂਸਿਸ ਹੁੰਦਾ ਹੈ। ਵੇਜ਼ ਐਂਡ ਮੀਨਸ ਐਡਵਾਂਸਿਸ ਕੀ ਨੇ ਕਿ RBI ਜਦੋਂ ਵੀ ਕਿਸੇ ਸਟੇਟ ਗਵਰਨਮੈਂਟ ਨੂੰ ਜਾਂ ਕਿਸੇ ਸੈਂਟਰ ਦੀ ਸਰਕਾਰ ਨੂੰ ਟੈਂਪਰੇਰੀ ਆਰਜੀ ਤੌਰ ਤੇ ਕੋਈ ਦਿੱਕਤ ਆ ਜਾਵੇ, ਕੋਈ ਇਨਕਮ ਐਕਸਪੈਂਡੀਚਰ 'ਚ ਕਮੀ ਆ ਜਾਵੇ, ਕੋਈ ਉਹਨੂੰ ਪੈਸੇ ਦੀ ਕਿਤੋਂ ਕੋਈ ਸਕੀਮ ਚਲਾਉਣ ਦੇ ਲਈ ਪੈਸੇ ਚਾਹੀਦੇ ਨੇ, ਤਾਂ ਥੋੜੇ ਸਮੇਂ ਦੇ ਲਈ, ਟੈਂਪਰੇਰੀ ਸਮੇਂ ਦੇ ਲਈ RBI ਜਦੋਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ ਪੈਸਾ ਦਿੰਦੀ ਹੈ ਤਾਂ ਉਸਨੂੰ ਆਪਾਂ ਕਹਿੰਦੇ ਆ ਵੇਜ਼ ਐਂਡ ਮੀਨਸ ਐਡਵਾਂਸਿਸ। ਇਹ ਆਪਾਂ ਨੇ ਇਕਨੋਮਿਕ ਸਰਵੇ ਦੇ ਵਿੱਚ ਵੀ ਪੜ੍ਹਿਆ ਸੀ। ਸੋ ਕਹਿੰਦੇ ਸਰਕਾਰਾਂ ਨੂੰ ਹੈਲਪ ਕਰਦੀ ਹੈ, ਸਰਕਾਰਾਂ ਦੇ ਲਈ ਬਹੁਤ ਵਧੀਆ ਬੈਂਕ ਹੈ RBI। ਨੈਕਸਟ ਹੈ ਬੈਂਕਰਸ ਬੈਂਕ, ਜਿਹੜਾ ਮੈਂ ਤੁਹਾਨੂੰ ਇੰਟਰੋਡਕਸ਼ਨ ਵਿੱਚ ਵੀ ਦੱਸਿਆ ਕਿ ਸੈਂਟਰਲ ਬੈਂਕ ਹੈ, ਇਹ ਟੌਪ ਏਪੈਕਸ ਬੈਂਕ ਹੈ ਤੇ ਇਹ ਬਾਕੀ ਸਾਰੇ ਬੈਂਕਾਂ ਦੇ ਲਈ ਉਹਨਾਂ ਦੇ ਹੈੱਡ ਦੇ ਤੌਰ ਤੇ ਕੰਮ ਕਰਦਾ ਹੈ। ਕਿਸੇ ਵੀ ਬੈਂਕ ਨੇ ਕਿਵੇਂ ਚੱਲਣਾ ਹੈ, ਕਿਹੜੇ ਰੂਲਸ ਰੈਗੂਲੇਸ਼ਨ ਫੋਲੋ ਕਰਨੇ ਨੇ, ਹਰ ਚੀਜ਼ ਨੂੰ ਲੈ ਕੇ RBI ਦਾ ਮੇਨ ਰੋਲ ਹੈ। ਸਾਰੇ ਬੈਂਕਾਂ ਦੀ ਸੁਪਰਵਿਜ਼ਨ, ਉਹਨਾਂ ਦੀ ਦੇਖ ਰੇਖ, ਕੰਟਰੋਲ, ਮੈਨੇਜਮੈਂਟ ਸਭ ਕੁਝ RBI ਦੇ ਮੁਤਾਬਿਕ ਹੀ ਹੁੰਦੀ ਹੈ। ਨੈਕਸਟ ਹੈ ਕਸਟੋਡੀਅਨ ਆਫ ਫੋਰਨ ਐਕਸਚੇਂਜ। ਸੋ RBI ਨੂੰ ਆਪਣੇ ਕੋਲ, ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ 200 ਕਰੋੜ ਰੁਪਇਆ ਗੋਲਡ ਦੇ ਤੌਰ ਤੇ ਕੁਝ ਫੋਰਨ ਐਕਸਚੇਂਜ ਰਿਜ਼ਰਵ ਇਹ ਆਪਣੇ ਕੋਲ ਰੱਖਣੀਆਂ ਪੈਂਦੀਆਂ ਨੇ ਤਾਂ ਕਿ ਜਿਹੜਾ RBI ਹੈ ਕਦੇ ਵੀ ਆਪਣੇ ਦੇਸ਼ ਦੇ ਵਿੱਚ ਕੋਈ ਪੈਸੇ ਨੂੰ ਲੈ ਕੇ ਉੱਪਰ ਨੀਚੇ ਕੁਝ ਜਾਵੇ, ਕੋਈ ਵੀ ਪ੍ਰੋਬਲਮ ਆਵੇ ਤਾਂ RBI ਦੇ ਕੋਲ ਐਟਲੀਸਟ ਆਪਣੇ ਕੋਲ ਕੁਝ ਰਿਜ਼ਰਵਸ ਬਚੇ ਹੋਣ ਦੇਸ਼ ਦੀ ਆਰਥਿਕ ਹਾਲਤ ਨੂੰ ਵਿਗੜਨ ਤੋਂ ਬਚਾਉਣ ਦੇ ਲਈ। ਸੋ ਲੈਂਡਰ ਆਫ ਲਾਸਟ ਰਿਜ਼ੋਰਟ, ਕਹਿੰਦੇ ਜੇ ਕੋਈ ਵੀ ਕਮਰਸ਼ੀਅਲ ਬੈਂਕ, ਚਾਹੇ ਉਹ ਪਬਲਿਕ ਹੈ ਪ੍ਰਾਈਵੇਟ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਉਹਨੂੰ ਕੋਈ ਫੇਲੀਅਰ ਆ ਜਾਂਦਾ ਹੈ, ਕੋਈ ਉਹਦੇ ਤੇ ਕਰਜ਼ਾ ਆ ਜਾਵੇ, ਇਨਸੋਲਵੈਂਸੀ ਹੋ ਜਾਵੇ, ਉਹ ਪੈਸੇ ਦੇ ਤੌਰ ਤੇ ਉਹਨੂੰ ਬਹੁਤ ਜ਼ਿਆਦਾ ਤੰਗੀ ਆਵੇ, ਤਾਂ ਉਹ RBI ਤੋਂ ਐਜ਼ ਅ ਲਾਸਟ ਰਿਜ਼ੋਰਟ, ਮਤਲਬ ਕਿ ਆਖਰੀ ਹੈਲਪ ਦੇ ਤੌਰ ਤੇ RBI ਕੋਲ ਜਾ ਸਕਦਾ ਹੈ ਲੋਨਸ ਲੈਣ ਦੇ ਲਈ। ਦੈਨ ਕਹਿੰਦੇ ਕਲੀਅਰਿੰਗ ਹਾਊਸ, ਜਿਹੜਾ ਸੈਂਟਰਲ ਬੈਂਕ ਹੈ ਇਹਦੇ ਆਪਣੇ ਕੋਲ ਸਾਰੇ ਕਮਰਸ਼ੀਅਲ ਬੈਂਕ ਦੇ ਲਈ ਇੱਕ ਰਿਜ਼ਰਵ ਹੁੰਦੇ ਨੇ। ਸੋ ਬੇਸਿਕਲੀ ਜਿਹੜਾ ਸਾਰੇ ਕਮਰਸ਼ੀਅਲ ਬੈਂਕ ਨੇ ਉਹਨਾਂ ਦਾ ਇੱਕ ਖਾਤਾ ਖੁੱਲਿਆ ਹੁੰਦਾ RBI ਦੇ ਕੋਲ। ਸੋ RBI ਕੀ ਕਰਦੀ ਹੈ, ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਵਗੈਰਾ ਕਰਨੀ ਹੈ, ਕਿਸੇ ਦੀ ਕੋਈ ਉੱਪਰ ਨੀਚ ਚੀਜ਼ ਹੋ ਰਹੀ ਹੈ, ਤਾਂ ਜੇ RBI ਨੂੰ ਲੱਗ ਰਿਹਾ ਕਿ ਹੁਣ ਮੇਰਾ ਪੈਸਾ ਵਾਪਿਸ ਨਹੀਂ ਕਰ ਰਹੇ ਜਿਹੜਾ ਮੈਂ ਕਿਸੇ ਕਮਰਸ਼ੀਅਲ ਬੈਂਕ ਨੂੰ ਦਿੱਤਾ ਸੀ, ਤਾਂ ਜੋ ਵੀ ਪੈਸਾ RBI ਨੇ ਉਸ ਕਮਰਸ਼ੀਅਲ ਬੈਂਕ ਦਾ ਆਪਣੇ ਖਾਤੇ 'ਚ ਰੱਖਿਆ ਹੋਇਆ ਉਹ ਉਸ ਖਾਤੇ ਨੂੰ ਕਲੀਅਰ ਕਰ ਸਕਦਾ ਹੈ। ਲਾਸਟ ਹੈ ਸੁਪਰਵਾਈਜ਼ਰ, ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਪੂਰੇ ਦੇਸ਼ ਦੇ ਜੋ ਵੀ ਪਬਲਿਕ ਪ੍ਰਾਈਵੇਟ ਛੋਟੇ ਤੋਂ ਛੋਟੇ ਲੈਵਲ ਦਾ ਚਾਹੇ ਬੈਂਕ ਹੈ, ਹਰ ਕਿਸੇ ਦੇ ਉੱਤੇ ਕੰਟਰੋਲ ਰੈਗੂਲੇਸ਼ਨ ਹੋਊਗੀ RBI ਦੀ। ਪੂਰਾ RBI ਇੰਸਪੈਕਟ ਕਰੂ, ਟਾਈਮ ਟੂ ਟਾਈਮ ਚੈੱਕ ਕਰੂਗਾ ਵੀ ਇੱਕ ਬੈਂਕ ਹੈ ਉਹ ਸਹੀ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਜਾਂ ਫਿਰ ਨਹੀਂ। ਸੋ ਜਿਹੜਾ ਆਪਾਂ ਹੁਣ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਤੁਸੀਂ ਆਪ ਦੇਖਿਆ ਹੋਊਗਾ ਕਿ ਇਕਨੋਮਿਕ ਸਬਜੈਕਟ ਦੇ ਵਿੱਚੋਂ ਮੈਕਸਿਮਮ ਟਾਈਮ ਇਸੇ ਟੌਪਿਕ 'ਚੋਂ ਕੁਐਸਚਨ ਪੁੱਛੇ ਜਾਂਦੇ ਨੇ ਕਿ ਬੈਂਕ ਰੇਟ ਕੀ ਹੈ, SLR ਕੀ ਹੈ, ਰੈਪੋ ਰੇਟ ਕੀ ਹੈ। ਸੋ ਜਿਹੜੇ ਵੀ ਇਹ ਰੇਟ ਨੇ, ਤੁਸੀਂ ਪਹਿਲੀ ਚੀਜ਼ ਤਾਂ ਇਹ ਸਮਝ ਲਓ ਵੀ ਸੈਂਟਰਲ ਬੈਂਕ ਨੇ, RBI ਨੇ ਕਮਰਸ਼ੀਅਲ ਬੈਂਕਸ ਨੂੰ ਕੁਝ ਰੇਟਸ ਕਹੇ ਨੇ ਵੀ ਤੁਸੀਂ ਇਹਨਾਂ ਰੇਟਸ ਨੂੰ ਫੋਲੋ ਕਰਨਾ ਹੈ ਤੇ ਇਹਦੇ ਅਕੋਰਡਿੰਗ ਹੀ ਆਪਣੇ ਕੋਲ ਜਾਂ ਫਿਰ ਮੇਰੇ ਕੋਲ ਕੁਝ ਪੈਸਾ ਜਮ੍ਹਾਂ ਕਰਾ ਕੇ ਰੱਖਣਾ ਹੈ, ਸੋ ਦੈਟ ਕਦੇ ਵੀ ਤੁਹਾਨੂੰ ਕ੍ਰੈਡਿਟ ਦੇ ਵਿੱਚ, ਮਨੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਆਵੇ ਤਾਂ ਆਪਾਂ ਉਸ ਚੀਜ਼ ਨੂੰ ਕੰਟਰੋਲ ਕਰ ਸਕੀਏ। ਸੋ ਦੋ ਤਰੀਕੇ ਨੇ ਕ੍ਰੈਡਿਟ ਕ੍ਰੀਏਸ਼ਨ ਨੂੰ ਕੰਟਰੋਲ ਕਰਨ ਦੇ ਲਈ। ਕ੍ਰੈਡਿਟ ਕ੍ਰੀਏਸ਼ਨ ਕੀ ਹੈ, ਮਾਰਕੀਟ ਦੇ ਵਿੱਚ ਪੈਸਾ ਕਿਵੇਂ ਸਰਕੂਲੇਟ ਕਰਨਾ, ਕਿਵੇਂ ਭੇਜਣਾ। ਸੋ ਇਹ ਚੀਜ਼ਾਂ ਦਾ ਅਸਲ ਵਿੱਚ ਜਿਹੜਾ ਮੇਨ ਅਸਰ ਪੈਂਦਾ ਉਹ ਪੈਂਦਾ ਮਹਿੰਗਾਈ ਤੇ। ਜੇ ਲੋਕਾਂ ਦੇ ਕੋਲ ਬਿਨਾਂ ਮਤਲਬ ਤੋਂ ਜ਼ਿਆਦਾ ਪੈਸਾ ਆਜੂ ਤੇ ਉਹ ਪੈਸਾ ਕੁਝ ਹੱਥਾਂ ਦੇ ਵਿੱਚ ਹੋਊਗਾ ਸਿਰਫ ਰਿਚ ਲੋਕਾਂ ਦੇ, ਤਾਂ ਓਬਵੀਅਸਲੀ ਜਿਹੜੇ ਪ੍ਰੋਡਿਊਸਰ ਨੇ, ਜਿਹੜੇ ਚੀਜ਼ਾਂ ਵੇਚਣ ਵਾਲੇ ਨੇ, ਬਣਾਉਣ ਵਾਲੇ ਨੇ, ਇੰਡਸਟਰੀਜ਼ ਨੇ, ਉਹਨਾਂ ਨੂੰ ਪਤਾ ਹੋ ਕਿ ਹੁਣ ਪੈਸਾ ਆ ਗਿਆ ਮਾਰਕੀਟ ਦੇ ਵਿੱਚ ਜ਼ਿਆਦਾ, ਹੁਣ ਅਸੀਂ ਆਪਣੀਆਂ ਚੀਜ਼ਾਂ ਦੇ ਰੇਟ ਪ੍ਰਾਈਸ ਵਧਾ ਸਕਦੇ ਹਾਂ।
ਸੋ ਜੇ ਮਨੀ ਸਪਲਾਈ ਜ਼ਿਆਦਾ ਹੋ ਜਾਵੇ, ਕ੍ਰੈਡਿਟ ਕ੍ਰੀਏਸ਼ਨ ਜ਼ਿਆਦਾ ਹੋ ਜਾਵੇ ਤਾਂ ਉਹਦੇ ਨਾਲ ਸਿੱਧਾ ਅਸਰ ਪੈਂਦਾ ਇਨਫਲੇਸ਼ਨ ਤੇ। ਸੋ ਹੁਣ ਆਪਾਂ ਨੇ ਇਸ ਚੀਜ਼ ਨੂੰ ਕੰਟਰੋਲ ਕਰਨਾ ਤੇ ਇਹਨੂੰ ਕੰਟਰੋਲ ਕਰਨ ਦੇ ਲਈ ਦੋ ਤਰੀਕੇ ਨੇ, ਕੁਆਂਟੀਟੇਟਿਵ ਮੈਜਰ, ਕੁਆਲਿਟੇਟਿਵ। ਪਹਿਲਾਂ ਆਪਾਂ ਪੜਾਂਗੇ ਕੁਆਂਟੀਟੇਟਿਵ। ਸੋ ਉਹਦੇ ਵਿੱਚ ਨੰਬਰ 1 ਤੇ ਆਉਂਦੀ ਹੈ ਰੈਪੋ ਰੇਟ। ਸੋ ਰੈਪੋ ਰੇਟ ਉਹ ਚੀਜ਼ ਹੈ ਜਿਹਦੇ ਉੱਤੇ ਜਿਹੜਾ ਸੈਂਟਰਲ ਬੈਂਕ ਆ ਉਹ ਕਮਰਸ਼ੀਅਲ ਬੈਂਕ ਨੂੰ ਪੈਸੇ ਦਿੰਦਾ। So basically, it is the rate at which central bank gives money to commercial bank for short-term purpose without any collateral. बिना कोई चीज गिरवी रखे, collateral ਦਾ ਮਤਲਬ ਹੈ ਬਿਨਾ ਕੋਈ ਚੀਜ਼ ਤੁਸੀਂ ਸੈਂਟਰਲ ਬੈਂਕ ਕੋਲ ਰੱਖੇ, ਆਰਬੀਆਈ ਕੋਲ ਰੱਖੇ, ਥੋੜੇ ਸਮੇਂ ਦੇ ਲਈ ਤੁਸੀਂ ਆਰਬੀਆਈ ਤੋਂ ਪੈਸਾ ਲੈ ਸਕਦੇ ਹੋ ਤੇ ਜਿਹੜੇ ਰੇਟ ਤੇ ਤੁਹਾਨੂੰ ਇਹ ਪੈਸਾ ਮਿਲੂਗਾ ਉਸ ਰੇਟ ਦਾ ਨਾਮ ਹੈ ਰੈਪੋ ਰੇਟ। ਜੇ ਇਨਕਰੀਜ਼ ਹੋ ਜਾਵੇ ਰੈਪੋ ਰੇਟ ਦੇ ਵਿੱਚ ਤਾਂ ਕੀ ਹੋਊਗਾ? ਹੁਣ ਤੁਸੀਂ ਸਮਝੋ ਕਿਸੇ ਬੈਂਕ ਦੇ ਕੋਲ ਪੈਸਾ ਘੱਟ ਹੈ, ਸੋ ਉਹਨੂੰ ਪੈਸੇ ਦੀ ਲੋੜ ਹੈ, ਉਹ ਆਰਬੀਆਈ ਕੋਲ ਜਾ ਰਿਹਾ। ਜੇ ਤਾਂ ਆਰਬੀਆਈ ਦਾ ਜਿਹੜਾ ਰੈਪੋ ਰੇਟ ਆ ਜਿਹਦੇ ਉੱਤੇ ਪੈਸਾ ਦੇਣਾ ਉਹ ਰੇਟ ਆ ਉਹ ਘੱਟ ਹੈ ਤਾਂ ਬੈਂਕ ਜ਼ਿਆਦਾ ਪੈਸਾ ਲੈ ਸਕਦਾ, ਉਹਨੂੰ ਜ਼ਿਆਦਾ ਦਿੱਕਤ ਨਹੀਂ ਆਊ, ਉਹਨੂੰ ਜ਼ਿਆਦਾ ਵਿਆਜ ਨਹੀਂ ਦੇਣਾ ਪਊ। ਸੋ ਜੇ ਬੈਂਕ ਜ਼ਿਆਦਾ ਪੈਸਾ ਲੈ ਸਕੂਗਾ ਤਾਂ ਮਾਰਕੀਟ ਦੇ ਵਿੱਚ ਸਪਲਾਈ ਵੀ ਪੈਸੇ ਦੀ ਜ਼ਿਆਦਾ ਵਧੂ, ਉਹ ਬੈਂਕ ਜ਼ਿਆਦਾ ਲੋਕਾਂ ਨੂੰ ਕਰਜ਼ੇ ਦੇ ਪਾਊਗਾ। ਜੇ ਰੇਟ ਘੱਟ ਤੇ ਉਹਨੂੰ ਅੱਗਿਓਂ ਪੈਸਾ ਮਿਲ ਰਿਹਾ ਤਾਂ ਇਹਦੇ ਨਾਲ ਕੀ ਹੈ, ਜਿਹੜਾ ਮੇਨ ਮਨੀ ਸਪਲਾਈ ਹੈ ਮਾਰਕੀਟ ਦੇ ਵਿੱਚ ਉਹ ਵੱਧ ਜੂਗੀ ਤੇ ਜੇ ਮਨੀ ਸਪਲਾਈ ਵਧੂਗੀ ਆਪਾਂ ਨੇ ਪੜਿਆ ਕਿ ਇਹਦਾ ਅਸਰ ਪਊਗਾ ਇਨਫਲੇਸ਼ਨ ਤੇ, ਇਹਦੇ ਨਾਲ ਮਹਿੰਗਾਈ ਜ਼ਿਆਦਾ ਹੋਊਗੀ। ਹੁਣ ਜੇ ਰੇਟ ਆਪਾਂ ਕਹਿ ਦਈਏ ਵੀ ਘਟਾਤਾ ਆਪਾਂ ਨੇ, ਰੈਪੋ ਰੇਟ ਆ ਜਿਹੜਾ ਆਰਬੀਆਈ ਤੋਂ ਪੈਸਾ ਮਿਲ ਰਿਹਾ ਕਿਸੇ ਬੈਂਕ ਨੂੰ ਉਹ ਹੁਣ ਵੱਧ ਰੇਟ ਤੇ ਮਿਲ ਰਿਹਾ, ਇਨਕਰੀਜ਼ ਹੋ ਕੇ ਮਿਲ ਰਿਹਾ, ਇਹਦਾ ਆਪਾਂ ਨੇ ਡਿਕਰੀਜ਼ ਵਾਲਾ ਕੇਸ ਪੜ ਲਿਆ। ਹੁਣ ਜੇ ਪੈਸਾ ਵੱਧ ਮਿਲ ਰਿਹਾ ਤਾਂ ਉਹਦੇ ਤੇ ਕੀ ਹੋਊਗਾ, ਤੁਸੀਂ ਸਿੰਪਲ ਜਿਹਾ ਕਨੈਕਸ਼ਨ ਦੇਖਣਾ ਹੈ, ਮੋਰ ਰੈਪੋ ਰੇਟ, ਜ਼ਿਆਦਾ ਰੈਪੋ ਰੇਟ ਮਤਲਬ ਕਿ ਇੱਕ ਕਮਰਸ਼ੀਅਲ ਬੈਂਕ ਘੱਟ ਪੈਸਾ ਲਊਗਾ ਤਾਂ ਅਲਟੀਮੇਟਲੀ ਘੱਟ ਮਨੀ ਸਪਲਾਈ ਹੋਊਗੀ ਤੇ ਉਹਦੇ ਨਾਲ ਕੀ ਹੋਊਗਾ, ਇਨਫਲੇਸ਼ਨ, ਮਹਿੰਗਾਈ ਨਹੀਂ ਹੋਊਗੀ, ਕੰਟਰੋਲ ਵਿੱਚ ਰਹੂ। ਇਹ ਇੱਕ ਵਧੀਆ ਚੀਜ਼ ਹੈ। ਸੋ ਜਦੋਂ ਵੀ ਆਰਬੀਆਈ ਨੂੰ ਲੱਗਦਾ ਕਿ ਬੈਂਕਾਂ ਕੋਲ ਜ਼ਿਆਦਾ ਪੈਸਾ ਆ ਗਿਆ ਤਾਂ ਆਰਬੀਆਈ ਕੀ ਕਰੂਗੀ, ਰੈਪੋ ਰੇਟ ਨੂੰ ਵਧਾ ਦੂਗੀ ਸੋ ਦੈਟ ਬੈਂਕ ਉਹਦੇ ਤੋਂ ਛੇਤੀ ਛੇਤੀ ਪੈਸਾ ਹੋਰ ਨਾ ਲੈ ਸਕਣ ਤੇ ਅਲਟੀਮੇਟਲੀ ਮਾਰਕੀਟ ਦੇ ਵਿੱਚ ਲੋਕਾਂ ਦੇ ਥਰੂ ਪੈਸਾ ਘੱਟ ਬਾਹਰ ਨਿਕਲੇ। ਸੋ ਇਹ ਤੁਸੀਂ ਸਿੰਪਲ ਜੀ ਜਿਹੜੀ ਚੀਜ਼ ਹੈ ਇਹਨੂੰ ਆਪਣੇ ਉੱਤੇ ਲਗਾ ਕੇ ਸਮਝ ਲਓ ਵੀ ਜੇ ਆਪਾਂ ਨੂੰ ਕਿਸੇ ਤੋਂ ਅੱਗਿਓਂ ਪੈਸਾ ਘੱਟ ਰੇਟ ਤੇ ਮਿਲ ਰਿਹਾ, ਘੱਟ ਵਿਆਜ ਦਰ ਤੇ ਮਿਲ ਰਿਹਾ ਤਾਂ ਆਪਾਂ ਕੀ ਕਰਾਂਗੇ, ਜੇ ਆਪਾਂ ਨੇ ਉਹ ਪੈਸਾ ਕਿਸੇ ਤੋਂ ਲੈ ਕੇ ਅੱਗੇ ਕਿਸੇ ਹੋਰ ਨੂੰ ਦੇਣਾ ਤਾਂ ਆਪਾਂ ਜ਼ਿਆਦਾ ਪੈਸਾ ਦੇ ਸਕਾਂਗੇ ਕਿਉਂਕਿ ਆਪਾਂ ਨੂੰ ਘੱਟ ਇੰਟਰਸਟ ਦੇਣਾ ਪੈ ਰਿਹਾ। ਸੋ ਇਸੇ ਤਰ੍ਹਾਂ ਹੀ ਉਰੇ ਆਰਬੀਆਈ, ਦੂਜੇ ਨੰਬਰ ਤੇ ਕਮਰਸ਼ੀਅਲ ਬੈਂਕ ਬੈਠਾ, ਫਿਰ ਬੈਠੇ ਨੇ ਆਮ ਲੋਕ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਪੈਸੇ ਨੂੰ ਸਪਲਾਈ ਕਰਨਾ ਹੈ। ਸੋ ਫਿਰ ਆਉਂਦਾ ਬੈਂਕ ਰੇਟ। ਬੈਂਕ ਰੇਟ ਉਹ ਪੈਸਾ ਹੈ ਜਿਹਦੇ ਉੱਤੇ ਜਿਹੜਾ ਆਰਬੀਆਈ ਹੈ, ਸੈਂਟਰਲ ਬੈਂਕ ਹੈ, ਇਹ ਲੰਬੇ ਸਮੇਂ ਦੇ ਲਈ ਕੁਝ ਚੀਜ਼ ਆਪਣੇ ਕੋਲ ਗਿਰਵੀ ਰੱਖ ਕੇ, ਕੋਲੈਟਰਲ ਰੱਖ ਕੇ ਪੈਸਾ ਦਿੰਦਾ ਹੈ ਕਮਰਸ਼ੀਅਲ ਬੈਂਕਸ ਨੂੰ। ਸੋ ਇਹ ਆਪਾਂ ਨੇ ਯਾਦ ਰੱਖਣਾ ਕਿ ਜਿਹੜਾ ਬੈਂਕ ਰੇਟ ਆ ਇਹ ਲੌਂਗ ਟਰਮ ਪਰਪਸ ਲਈ ਹੈ, ਰੈਪੋ ਰੇਟ ਹੈ ਇਹ ਸ਼ਾਰਟ ਟਰਮ ਪਰਪਸ ਲਈ ਹੈ। ਸੋ ਸੇਮ ਇਹਦਾ ਵੀ ਕੇਸ ਆ ਵੀ ਜੇ ਬੈਂਕ ਰੇਟ ਵਧਾਇਆ ਜਾਊਗਾ ਤਾਂ ਜਿਹੜੇ ਕਮਰਸ਼ੀਅਲ ਬੈਂਕ ਨੇ ਉਹ ਘੱਟ ਪੈਸਾ ਲੈਣਗੇ, ਫਿਰ ਅੱਗੇ ਜਿਹੜੀ ਮਨੀ ਸਪਲਾਈ ਹੈ ਇਕਨੋਮੀ 'ਚ ਉਹ ਵੀ ਘੱਟ ਹੋ ਤੇ ਇਹਦੇ ਨਾਲ ਹੀ ਮਹਿੰਗਾਈ ਹੋਣ ਦੇ ਬਹੁਤ ਘੱਟ ਚਾਂਸ ਨੇ। ਸੋ ਉਰੇ ਮੈਂ ਤੁਹਾਨੂੰ ਕਨਸੈਪਟ ਦੁਬਾਰਾ ਰਿਪੀਟ ਕਰਦੀ ਹਾਂ, ਇਹ ਸੇਮ ਚੀਜ਼ ਤੁਸੀਂ ਯਾਦ ਰੱਖਣੀ ਹੈ ਵੀ ਰੈਪੋ ਰੇਟ ਹੋ ਗਿਆ ਚਾਹੇ ਹੋ ਗਿਆ ਬੈਂਕ ਰੇਟ, ਜੇ ਇਹਨਾਂ ਦਾ ਰੇਟ ਜ਼ਿਆਦਾ ਹੈ ਤਾਂ ਕਮਰਸ਼ੀਅਲ ਬੈਂਕ ਆਰਬੀਆਈ ਤੋਂ ਘੱਟ ਪੈਸਾ ਲੈਣਗੇ ਤੇ ਜੇ ਆਰਬੀਆਈ ਤੋਂ ਘੱਟ ਪੈਸਾ ਲਿਆ ਤਾਂ ਮਨੀ ਸਪਲਾਈ ਇਹ ਵੀ ਘੱਟ ਹੋਊਗੀ। ਸੋ ਅਲਟੀਮੇਟਲੀ ਇਨਫਲੇਸ਼ਨ, ਮਹਿੰਗਾਈ ਵੀ ਇਹਦੇ ਨਾਲ ਘੱਟ ਹੋਊਗੀ। ਸੋ ਇਹ ਪੋਜ਼ਿਟਿਵ ਚੀਜ਼ ਆ। ਬਸ ਤੁਸੀਂ ਦਿਮਾਗ ਜਦੋਂ ਉੱਥੇ ਆਪਸ਼ਨ ਟਿਕ ਕਰਨੀ ਹੈ ਤੁਸੀਂ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਕਹਾਣੀ ਦੇ ਤੌਰ ਤੇ ਰਿਲੇਟ ਕਰਕੇ ਦੇਖਣਾ ਵੀ ਜੇ ਇਸ ਸਿਚੁਏਸ਼ਨ ਨੂੰ ਆਪਾਂ ਅਸਲੀ ਸੋਸਾਇਟੀ ਦੇ ਵਿੱਚ, ਇਕਨੋਮੀ ਦੇ ਵਿੱਚ ਲਾਗੂ ਕਰਕੇ ਦੇਖੀਏ ਤਾਂ ਉਹਦਾ ਕੀ ਅਸਰ ਹੋਊਗਾ। ਇਕਨੋਮਿਕਸ ਇੱਕ ਬਹੁਤ ਹੀ ਟੈਕਨੀਕਲ ਸਬਜੈਕਟ ਹੈ, ਹਮੇਸ਼ਾ ਇਹਨੂੰ ਤੁਸੀਂ ਰਿਐਲਿਟੀ ਦੇ ਨਾਲ ਰਿਲੇਟ ਕਰਕੇ ਹੀ ਇਹਦੇ ਆਨਸਰਸ ਕਰਨੇ ਨੇ। ਸੋ ਨੈਕਸਟ ਆਉਂਦਾ ਰਿਵਰਸ ਰੈਪੋ ਰੇਟ। ਉਰੇ ਹੁਣ ਆਪਾਂ ਕੋਈ ਸੈਂਟਰਲ ਬੈਂਕ ਤੋਂ ਪੈਸਾ ਲੈ ਨਹੀਂ ਰਹੇ, ਇਹ ਉਲਟਾ ਹੈ ਰਿਵਰਸ ਰੈਪੋ ਰੇਟ ਦਾ, ਇਹਦਾ ਵਰਡ ਹੀ ਅੱਗੇ ਰਿਵਰਸ ਲਗਾਤਾ।
ਸੋ ਰੈਪੋ ਰੇਟ ਦੀ ਉਲਟੀ ਚੀਜ਼ ਹੈ, ਉਰੇ ਇੱਕ ਕਮਰਸ਼ੀਅਲ ਬੈਂਕ ਸੈਂਟਰਲ ਬੈਂਕ ਦੇ ਕੋਲ ਪੈਸਾ ਰੱਖ ਰਿਹਾ। ਸੋ ਜੇ ਰੇਟ ਕਹਿੰਦੇ ਜ਼ਿਆਦਾ ਹੋਊਗਾ ਤਾਂ ਕਮਰਸ਼ੀਅਲ ਬੈਂਕ ਕੀ ਕਰਨਗੇ, ਇਹ ਲੋਕਾਂ ਨੂੰ ਪੈਸਾ ਦੇਣ ਦੀ ਬਜਾਏ ਜੇ ਇਹਨਾਂ ਨੂੰ ਵਿਆਜ ਦਰ ਇੱਕ ਸੈਂਟਰਲ ਬੈਂਕ ਕੋਲ ਪੈਸਾ ਰੱਖਣ ਦੇ ਲਈ ਜ਼ਿਆਦਾ ਵਿਆਜ ਮਿਲ ਰਿਹਾ ਤਾਂ ਇਹ ਲੋਕਾਂ ਨੂੰ ਪੈਸਾ ਦੇਣ ਦੀ ਬਜਾਏ ਸੈਂਟਰਲ ਬੈਂਕ ਕੋਲ ਰੱਖਣਗੇ। ਇਹਦੇ ਨਾਲ ਜਿਹੜੀ ਮਾਰਕੀਟ ਦੇ ਵਿੱਚ ਮਨੀ ਸਪਲਾਈ ਹੈ ਉਹ ਘਟ ਜੂਗੀ, ਅਲਟੀਮੇਟਲੀ ਮਹਿੰਗਾਈ ਵੀ ਘਟ ਜੂਗੀ। ਪਰ ਜੇ ਰਿਵਰਸ ਰੈਪੋ ਰੇਟ, ਜੇ RBI ਆਪਣੇ ਕੋਲ ਪੈਸਾ ਰੱਖਣ ਦੇ ਲਈ ਇੱਕ ਕਮਰਸ਼ੀਅਲ ਬੈਂਕ ਨੂੰ ਘੱਟ ਵਿਆਜ ਦੇ ਰਿਹਾ, ਘੱਟ ਰੇਟ ਤੇ ਆਪਣੇ ਕੋਲ ਪੈਸਾ ਰਖਾ ਰਿਹਾ ਹੈ, ਤਾਂ ਜਿਹੜਾ ਕਮਰਸ਼ੀਅਲ ਬੈਂਕ ਹੈ ਉਹ ਸੋਚੂਗਾ ਕਿ ਮੈਂ RBI ਕੋਲ ਕਿਉਂ ਪੈਸਾ ਰੱਖਾਂ, ਮੈਂ ਲੋਕਾਂ ਨੂੰ ਦੇ ਦਾਂ, ਉਹਨਾਂ ਤੋਂ ਮੈਨੂੰ ਜ਼ਿਆਦਾ ਵਿਆਜ ਆ ਜੂ। ਸੋ ਉੱਥੇ ਇਨਕਰੀਜ਼ ਹੋ ਜਾਊਗਾ ਮਨੀ ਸਪਲਾਈ ਦੇ ਵਿੱਚ ਤੇ ਅਲਟੀਮੇਟਲੀ ਮਹਿੰਗਾਈ ਵਧੂਗੀ ਜਦੋਂ ਲੋਕਾਂ ਦੇ ਕੋਲ ਜ਼ਿਆਦਾ ਪੈਸਾ ਜਾਊਗਾ। ਨੈਕਸਟ ਆਉਂਦੀ ਲੀਗਲ ਰਿਜ਼ਰਵ ਰੇਸ਼ੋ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਮੈਕਸਿਮਮ ਚਾਂਸਿਸ ਨੇ ਕਿ ਐਗਜ਼ਾਮ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਆਵੇ। ਸੋ ਜਿਹੜੀ ਲੀਗਲ ਰਿਜ਼ਰਵ ਰੇਸ਼ੋ ਹੈ ਇਹਦੇ ਅੰਦਰ ਦੋ ਰੇਸ਼ੋ ਆਉਂਦੀਆਂ ਨੇ, ਇੱਕ ਆਉਂਦੀ ਹੈ CRR ਕੈਸ਼ ਰਿਜ਼ਰਵ ਰੇਸ਼ੋ, ਦੂਜੀ ਆਉਂਦੀ ਹੈ ਸਟੈਚੂਟਰੀ ਲਿਕੁਇਡਿਟੀ ਰੇਸ਼ੋ। ਪਹਿਲਾਂ ਤਾਂ ਇਹਨਾਂ ਦੀ ਤੁਹਾਨੂੰ ਫੁੱਲ ਫਾਰਮ ਚੰਗੀ ਤਰ੍ਹਾਂ ਰੱਟੇ ਲੱਗੀ ਹੋਣੀ ਚਾਹੀਦੀ ਹੈ। ਸੋ SLR ਦੀ ਫੁੱਲ ਫਾਰਮ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ। ਸੋ ਕੈਸ਼ ਰਿਜ਼ਰਵ ਰੇਸ਼ੋ ਉਹ ਪੈਸਾ ਹੈ, ਉਹ ਕੈਸ਼ ਮਤਲਬ ਉਹਨਾਂ ਤੁਸੀਂ ਕੈਸ਼ ਦੇ ਵਿੱਚ ਪੈਸਾ RBI ਦੇ ਕੋਲ ਰੱਖਣਾ ਹੈ ਇੱਕ ਕਮਰਸ਼ੀਅਲ ਬੈਂਕ ਨੇ। ਸੋ ਜਿੰਨੀ CRR ਰੇਸ਼ੋ ਹੋਊਗੀ, ਜਿੰਨਾ ਇਹ ਰੇਟ ਹੋਊਗਾ, ਜਿੰਨਾ ਇਹ ਤੈਅ ਕੀਤਾ ਜਾਊਗਾ, ਓਨਾ ਪੈਸਾ ਕੁੱਲ ਜੋ ਜਮ੍ਹਾਂ ਪੂੰਜੀ ਹੈ ਇੱਕ ਕਮਰਸ਼ੀਅਲ ਬੈਂਕ ਦੇ ਕੋਲ, ਓਨੀ ਉਹਨੂੰ ਸੈਂਟਰਲ ਬੈਂਕ ਕੋਲ ਰੱਖਣੀ ਪਊ। ਜਿਹੜੀ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਹੈ ਇਹਦਾ ਮਤਲਬ ਹੈ ਉਹ ਪੈਸਾ ਜੋ RBI ਨੇ ਤੁਹਾਨੂੰ ਆਪਦੇ ਕੋਲ ਰੱਖਣ ਲਈ ਕਿਹਾ ਅਲੱਗ ਤੋਂ, ਸੋ ਇਹਨੂੰ ਤੁਸੀਂ ਆਪਣੇ ਕੋਲ ਅਲੱਗ ਤੋਂ ਰੱਖੋਗੇ। ਸੋ ਬੇਸਿਕਲੀ ਜਿਹੜੀ CRR ਹੈ, ਜੇ ਇਹਦੇ ਵਿੱਚ ਆਪਾਂ ਵਧਾ ਦਈਏ, ਜੇ ਆਪਾਂ ਸੈਂਟਰਲ ਬੈਂਕ ਦੇ ਕੋਲ ਜ਼ਿਆਦਾ ਪੈਸਾ ਰੱਖਣ ਦੀ ਗੱਲ ਕਰੀਏ ਤਾਂ ਇੱਕ ਕਮਰਸ਼ੀਅਲ ਬੈਂਕ ਦੇ ਕੋਲ ਆਪਦੇ ਕੋਲ ਪੈਸਾ ਘੱਟ ਹੋਊ ਤਾਂ ਲੋਕਾਂ ਨੂੰ ਘੱਟ ਦਊ, ਮਨੀ ਸਪਲਾਈ ਘਟੂਗੀ, ਨਾਲ ਹੀ ਇਹਦੇ ਨਾਲ ਮਹਿੰਗਾਈ ਵੀ ਕੰਟਰੋਲ 'ਚ ਰਹੂ। ਜਿਹੜੀ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਹੈ, ਜੇ ਆਪਾਂ ਉਹਦੀ ਗੱਲ ਕਰੀਏ ਤਾਂ ਜੇ ਆਪਾਂ ਉਹਦੇ ਵਿੱਚ ਵਾਧਾ ਕਰ ਦਈਏ ਤਾਂ ਇਹਦੇ ਵਿੱਚ ਕੀ ਹੈ, ਜਿਹੜੀ ਮਨੀ ਸਪਲਾਈ ਹੈ ਇਕਨੋਮੀ ਦੇ ਵਿੱਚ ਇਹ ਡਿਕਰੀਜ਼ ਹੋ ਜਾਊਗੀ ਤੇ ਨਾਲ ਹੀ ਇਹਦੇ ਨਾਲ ਜਿਹੜੀ SLR ਡਿਕਰੀਜ਼ ਕਰਨ ਦੇ ਨਾਲ ਕੀ ਹੈ, ਜਿਹੜੀ ਇੱਕ ਮਨੀ ਸਪਲਾਈ ਹੈ ਇਕਨੋਮੀ 'ਚ ਉਹ ਇਨਕਰੀਜ਼ ਹੋ ਜੂ। ਦੋਨਾਂ ਦਾ ਉਰੇ ਤੁਸੀਂ ਦੇਖ ਰਹੇ ਹੋਵੋਗੇ ਕਿ ਮਨੀ ਸਪਲਾਈ ਦੇ ਉੱਤੇ ਅਸਰ ਸੇਮ ਕਿਵੇਂ ਹੈ, ਕਿਉਂਕਿ ਦੋਨੋਂ ਪੈਸੇ ਹੀ ਇੱਕ ਰਿਜ਼ਰਵ, ਇੱਕ ਬਚਾ ਕੇ ਰੱਖਣ ਲਈ ਕਿਹਾ RBI ਨੇ, ਨਾ ਕਿ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਵਰਤ ਲਓ, ਲੋਕਾਂ ਨੂੰ ਦੇ ਦਿਓ। ਸੋ ਇਹ ਦੋਨੋਂ ਰਿਜ਼ਰਵਸ ਨੇ ਜਿਹੜੇ ਤੁਸੀਂ ਯਾਦ ਰੱਖਣਾ ਹੈ। ਫਰਕ ਕੀ ਹੈ, ਜਿਹੜਾ ਕੈਸ਼ ਰਿਜ਼ਰਵ ਰੇਸ਼ੋ ਹੈ ਇਹਦੇ 'ਚ ਆਪਾਂ ਕੈਸ਼ ਦੇ ਵਿੱਚ ਪੈਸਾ ਰੱਖਣਾ ਹੈ, ਤੇ ਜਿਹੜਾ ਨਾਲ ਹੀ ਇੱਕ ਹੋਰ ਇੰਪੋਰਟੈਂਟ ਚੀਜ਼ ਇਹ ਆਪਾਂ ਨੇ ਰੱਖਣਾ ਹੈ ਸੈਂਟਰਲ ਬੈਂਕ ਦੇ ਕੋਲ। ਤੇ ਜਿਹੜਾ ਸਟੈਚੂਟਰੀ ਲਿਕੁਇਡਿਟੀ ਇਹਦੇ ਵਿੱਚ ਕੱਲਾ ਕੈਸ਼ ਨਹੀਂ, ਕੋਈ ਹੋਰ ਤੁਹਾਡੀ ਕਾਇੰਡ ਹੈ, ਕੋਈ ਐਸੈਟ ਹੈ, ਉਹ ਸਾਰੀ ਜਿੰਨੀ ਤੁਹਾਨੂੰ ਵੈਲਿਊ ਦੀ ਕਹਿਤੀ ਉਹਨੂੰ ਵੈਲਿਊ ਦੀ ਤੁਸੀਂ ਰੱਖਣੀ ਹੈ ਆਪਦੇ ਕੋਲ। ਇਹਦੇ ਵਿੱਚ ਆਪਾਂ RBI ਦੇ ਕੋਲ ਰੱਖਣ ਦੀ ਗੱਲ ਨਹੀਂ ਕਰ ਰਹੇ। ਸੋ ਹੁਣ ਆਪਾਂ ਨੇ ਕੁਆਂਟੀਟੇਟਿਵ ਮੈਜਰ ਪੜ੍ਹ ਲਏ, ਹੁਣ ਆਪਾਂ ਦੇਖਾਂਗੇ ਕੁਆਲੀਟੇਟਿਵ ਮੈਜਰ। ਆਪਾਂ ਨੇ ਸਾਰਾ ਚੰਗੀ ਤਰ੍ਹਾਂ ਰਿਲੇਸ਼ਨ ਸਮਝ ਲਿਆ ਵੀ ਕਿਹੜੇ ਰੇਟ ਨੂੰ ਕਿੰਨਾ ਵਧਾਏ ਤੇ ਆਪਾਂ ਮਾਰਕੀਟ ਦੇ ਵਿੱਚ ਲੋਕਾਂ ਤੱਕ ਪੈਸਾ ਘੱਟ ਪਹੁੰਚਾ ਸਕਦੇ ਹਾਂ, ਮਨੀ ਸਪਲਾਈ ਨੂੰ ਕਿਵੇਂ ਕੰਟਰੋਲ ਕਰਨਾ ਹੈ, ਇਨਫਲੇਸ਼ਨ ਤੇ ਉਹਦਾ ਕੀ ਅਸਰ ਹੈ। ਹੁਣ ਆਪਾਂ ਦੋ ਇੰਪੋਰਟੈਂਟ ਚੀਜ਼ਾਂ ਪੜਾਂਗੇ। ਪਹਿਲਾ ਹੈ ਓਪਨ ਮਾਰਕੀਟ ਆਪਰੇਸ਼ਨ। ਇਹਦਾ ਮਤਲਬ ਹੈ ਕਿ ਜਦੋਂ ਕੋਈ ਸੈਂਟਰਲ ਬੈਂਕ ਜਾਂ ਕੋਈ ਕਮਰਸ਼ੀਅਲ ਬੈਂਕ ਚੀਜ਼ਾਂ ਨੂੰ ਖਰੀਦੇ, ਕਿਸੇ ਸਿਕਿਉਰਿਟੀ ਨੂੰ ਓਪਨ ਮਾਰਕੀਟ ਦੇ ਵਿੱਚ ਖਰੀਦ ਰਹੀ ਹੈ, ਪਰਚੇਸ ਕਰ ਰਹੀ ਹੈ, ਤਾਂ ਉਹਦੇ ਨਾਲ ਕੀ ਹੈ ਕਿ ਉਹਦੇ ਕੋਲ ਪੈਸਾ ਜ਼ਿਆਦਾ ਆ ਰਿਹਾ ਖਰੀਦ ਕੇ, ਸੋ ਮਨੀ ਸਪਲਾਈ ਹੈ ਜਿਹੜੀ ਇਕਨੋਮੀ ਦੇ ਵਿੱਚ ਉਹ ਵੱਧ ਜੂਗੀ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸੇਲ ਦੀ, ਕੋਈ ਆਪਣੇ ਕੋਲ ਪਈਆਂ ਸਿਕਿਉਰਿਟੀਜ਼ ਨੂੰ ਵੇਚ ਰਿਹਾ, ਜਿੰਨਾ ਪੈਸਾ ਪਿਆ ਸੀ ਉਹਨੂੰ ਦੇ ਰਿਹਾ, ਤਾਂ ਉਹਦੇ ਨਾਲ ਕੀ ਹੈ, ਮਨੀ ਸਪਲਾਈ ਹੈ ਜਿਹੜੀ ਉਹ ਲੋਕਾਂ ਦਾ ਪੈਸਾ ਹੁਣ ਬੈਂਕ ਦੇ ਕੋਲ ਆ ਜੂ, ਸੋ ਲੋਕਾਂ ਦੇ ਕੋਲ ਜਿਹੜੀ ਮਨੀ ਸਪਲਾਈ ਹੈ ਉਹ ਘਟ ਜੂਗੀ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਕੋਈ ਕਮਰਸ਼ੀਅਲ ਬੈਂਕ ਸੇਲ ਕਰਦਾ ਸਿਕਿਉਰਿਟੀਜ਼ ਨੂੰ ਤਾਂ ਉਹਦੇ ਨਾਲ ਜਿੰਨਾ ਵੀ ਐਕਸੈਸ ਮਨੀ ਹੈ, ਲੋਕਾਂ ਦੇ ਕੋਲ ਕੋਈ ਵਾਧੂ ਦਾ ਪੈਸਾ ਹੈ, ਉਹ ਸਾਰਾ ਕੁਝ ਵੇਚ ਕੇ ਉਹ ਲੋਕਾਂ ਤੋਂ ਪੈਸਾ ਲੈ ਲੈਂਦਾ ਹੈ। ਇਹਦੇ ਨਾਲ ਮਾਰਕੀਟ ਦੇ ਵਿੱਚ ਮਨੀ ਸਪਲਾਈ ਘਟ ਜਾਂਦੀ ਹੈ, ਰਿਡਿਊਸ ਹੋ ਜਾਂਦੀ ਹੈ। ਫਿਰ ਆਉਂਦੀ ਹੈ ਮਾਰਜਿਨ ਰਿਕੁਆਇਰਮੈਂਟ। ਮਾਰਜਿਨ ਰਿਕੁਆਇਰਮੈਂਟ ਦਾ ਮਤਲਬ ਹੈ ਕਿਸੇ ਨੂੰ ਤੁਸੀਂ ਵਿਆਜ ਤੇ ਪੈਸਾ ਦੇ ਰਹੇ ਹੋ
ਤੇ ਜਿੰਨੇ ਤੇ ਉਹਦੀ ਸਿਕਿਉਰਿਟੀ ਰੱਖ ਰਹੇ ਹੋ, ਜਿਹੜਾ ਉਹਨਾਂ ਦਾ ਆਪਸ ਦੇ ਵਿੱਚ ਫਰਕ ਹੈ, ਡਿਫਰੈਂਸ ਹੈ, ਉਹਦਾ ਦਰ ਹੈ। ਜੇ ਕਹਿੰਦੇ ਤੁਸੀਂ ਲੋਨ ਦੀ ਕਿਸੇ ਕਰਜ਼ੇ ਤੇ ਕਿਸੇ ਕੁਝ ਤੁਸੀਂ ਦੇਣਾ ਲੈਣਾ, ਉਹਦੀ ਮਾਰਜਿਨ ਘਟਾ ਦਿੰਦੇ ਹੋ। ਸੋ ਉਸ ਤੋਂ ਬਾਅਦ ਕੀ ਹੁੰਦਾ ਹੈ, ਸੋ ਮਾਰਜਿਨ ਘਟਾਏ ਤੇ ਹੁੰਦਾ ਵੀ ਜਿਹੜੀ ਬੋਰਿੰਗ ਕਪੈਸਿਟੀ ਹੈ, ਲੋਕਾਂ ਦੀ ਲੈਣ ਦੀ ਸ਼ਮਤਾ ਹੈ, ਪੈਸਾ ਕੋਈ ਚੀਜ਼ ਤੁਹਾਡੇ ਤੋਂ ਲੋਨ, ਉਹ ਵੱਧ ਜਾਂਦੀ ਹੈ ਜੇ ਤੁਹਾਡੇ ਵਿਆਜ ਦਾ ਦਰ ਘੱਟ ਹੋ। ਪਰ ਜੇ ਤੁਸੀਂ ਕਿਸੇ ਨੂੰ ਜ਼ਿਆਦਾ ਮਾਰਜਿਨ ਰੱਖ ਕੇ ਜ਼ਿਆਦਾ ਵਿਆਜ ਤੇ ਲੋਨ ਦੇ ਰਹੇ ਹੋ, ਤਾਂ ਫਿਰ ਉਹ ਤੁਹਾਡੇ ਤੋਂ ਘੱਟ ਪੈਸਾ ਲੈਣਗੇ ਤੇ ਇਹਦੇ ਨਾਲ ਮਾਰਕੀਟ ਦੇ ਵਿੱਚ ਜਿਹੜੀ ਮਨੀ ਸਪਲਾਈ ਹੈ ਉਹ ਘਟ ਜੂਗੀ। ਸੋ ਹੁਣ ਆਪਾਂ ਲਾਸਟ ਵਿੱਚ ਦੇਖ ਲੈਂਦੇ ਹਾਂ ਕਿ ਕਮਰਸ਼ੀਅਲ ਬੈਂਕ ਤੇ ਸੈਂਟਰਲ ਬੈਂਕ, ਇਹਨਾਂ ਦਾ ਆਪਸ ਦੇ ਵਿੱਚ ਡਿਫਰੈਂਸ ਕੀ ਹੈ। ਸੋ ਇਹ ਡਿਫਰੈਂਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੈਂਟਰਲ ਬੈਂਕ ਟੌਪ ਬੈਂਕ ਹੈ, ਏਪੈਕਸ ਬੈਂਕ ਹੈ, ਇਹ ਪੂਰੇ ਕੰਟਰੀ ਦੇ ਬੈਂਕਿੰਗ ਸਿਸਟਮ ਨੂੰ ਕੰਟਰੋਲ ਕਰਦਾ। ਤੇ ਜਿਹੜਾ ਕਮਰਸ਼ੀਅਲ ਬੈਂਕ ਹੈ, ਇਹ ਇੱਕ ਇਹੋ ਜਿਹਾ ਬੈਂਕ ਹੈ ਜਿਹਦੇ ਸਿਰਫ ਦੋ ਮੇਨ ਫੰਕਸ਼ਨ ਨੇ ਜੋ ਆਪਾਂ ਨੇ ਪੜ੍ਹੇ ਨੇ, ਡਿਪੋਜ਼ਿਟ ਲੈਣੇ, ਕਰਜ਼ੇ ਦੇਣੇ। ਤੇ ਇਹਦਾ ਮੁੱਦਾ ਕੀ ਹੈ, ਮੇਨ ਮੋਟਿਵ ਕੀ ਹੈ, ਪ੍ਰੋਫਿਟ ਕਮਾਉਣਾ। ਸੋ ਜਿਹੜਾ ਇਹਦਾ ਓਨਰ ਹੈ, ਸੈਂਟਰਲ ਬੈਂਕ ਦੀ ਓਨਰਸ਼ਿਪ ਹੈ ਸਰਕਾਰ ਦੇ ਕੋਲ, ਤੇ ਕਮਰਸ਼ੀਅਲ ਬੈਂਕ ਦੀ ਜਨਰਲੀ ਆਮ ਤੌਰ ਤੇ ਓਨਰਸ਼ਿਪ ਹੁੰਦੀ ਹੈ ਪ੍ਰਾਈਵੇਟ ਸੈਕਟਰ ਦੇ ਕੋਲ। ਸੋ ਬੇਸਿਕਲੀ ਸੈਂਟਰਲ ਬੈਂਕ ਹੈ ਜਿਹੜਾ ਇਹ ਕੰਮ ਕਰਦਾ ਹੈ ਲੋਕਾਂ ਦੇ ਹਿੱਤ ਲਈ, ਲੋਕਾਂ ਦੇ ਇੰਟਰਸਟ ਲਈ, ਵੈਲਫੇਅਰ ਲਈ। ਸੋ ਇਹ ਆਪਰੇਟ ਕਰਦਾ ਪਬਲਿਕ ਇੰਟਰਸਟ ਲਈ। ਪਰ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਕਮਰਸ਼ੀਅਲ ਬੈਂਕ ਦਾ ਸਿਰਫ ਔਰ ਸਿਰਫ ਏਮ ਆ ਕਿ ਉਹਨੇ ਆਪਣੇ ਮੁਨਾਫੇ, ਆਪਣੇ ਪ੍ਰੋਫਿਟ ਕਿਵੇਂ ਮੈਕਸੀਮਾਈਜ਼ ਕਰਨੇ ਨੇ। ਸੋ ਇਹਦੀ ਸੋਲ ਮੋਨੋਪਲੀ ਹੈ ਕਿ ਸਿਰਫ ਸੈਂਟਰਲ ਬੈਂਕ ਹੀ ਜਿਹੜੀ ਕਰੰਸੀ ਹੈ ਉਹਨੂੰ ਇਸ਼ੂ ਕਰ ਸਕਦਾ ਹੈ। ਕਮਰਸ਼ੀਅਲ ਬੈਂਕ ਦੇ ਕੋਲ ਕੋਈ ਵੀ ਪਾਵਰ ਨਹੀਂ ਹੈ ਕਰੰਸੀ ਨੂੰ ਇਸ਼ੂ ਕਰਨ ਦੀ। ਸੋ ਇਹ ਸਿੱਧਾ ਪਬਲਿਕ ਦੇ ਨਾਲ ਡੀਲ ਨਹੀਂ ਕਰਦੇ, ਪਰ ਜਿਹੜੇ ਕਮਰਸ਼ੀਅਲ ਬੈਂਕ ਨੇ ਇਹ ਸਿੱਧਾ ਪਬਲਿਕ ਨਾਲ ਡੀਲ ਕਰਦੇ ਨੇ। ਸੈਂਟਰਲ ਬੈਂਕ ਦੀ ਡੀਲਿੰਗ ਹੈ ਕਮਰਸ਼ੀਅਲ ਬੈਂਕਸ ਦੇ ਨਾਲ, ਕਮਰਸ਼ੀਅਲ ਬੈਂਕ ਦੀ ਡੀਲਿੰਗ ਹੈ ਪਬਲਿਕ ਦੇ ਨਾਲ। ਸੋ ਇਹ ਤੁਸੀਂ ਇੰਪੋਰਟੈਂਟ ਜਿਹੜੀ ਕ੍ਰੋਨੋਲੋਜੀ ਹੈ ਇਹਨੂੰ ਯਾਦ ਰੱਖ ਲਓ। ਸੋ ਉਸ ਤੋਂ ਬਾਅਦ ਹੈ ਕਿ ਸਿਰਫ ਹਰ ਕੰਟਰੀ ਦੇ ਵਿੱਚ ਇੱਕ ਹੀ ਸੈਂਟਰਲ ਬੈਂਕ ਹੁੰਦਾ, ਪਰ ਕਮਰਸ਼ੀਅਲ ਬੈਂਕ ਮਲਟੀਪਲ ਹੁੰਦੇ ਨੇ, ਬਹੁਤ ਜ਼ਿਆਦਾ ਹੁੰਦੇ ਨੇ। ਸੋ ਸੈਂਟਰਲ ਬੈਂਕ ਦੀ ਐਗਜ਼ਾਮਪਲ ਹੈ RBI, ਰਿਜ਼ਰਵ ਬੈਂਕ ਆਫ ਇੰਡੀਆ। ਕਮਰਸ਼ੀਅਲ ਬੈਂਕਸ ਦੀ ਐਗਜ਼ਾਮਪਲ ਹੈ PNB ਹੋ ਗਿਆ, ਪੰਜਾਬ ਨੈਸ਼ਨਲ ਬੈਂਕ, ICICI, HDFC, ਐਕਸਿਸ, ਬਹੁਤ ਸਾਰੇ ਪ੍ਰਾਈਵੇਟ ਪਬਲਿਕ ਦੋਨੋਂ। ਸੋ ਇਹ ਸੀ ਆਪਣਾ ਇੰਪੋਰਟੈਂਟ ਟੌਪਿਕ ਔਨ ਮਨੀ ਐਂਡ ਬੈਂਕਿੰਗ। ਆਈ ਹੋਪ ਤੁਹਾਨੂੰ ਸਾਰੇ ਇੰਪੋਰਟੈਂਟ ਕੰਸੈਪਟ ਕਲੀਅਰ ਹੋ ਗਏ। ਤੇ ਇਸ ਤੋਂ ਬਾਅਦ ਮੈਂ ਨੈਕਸਟ ਇਕਨੋਮਿਕਸ ਦੇ ਲੈਕਚਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਲੈ ਰਹੀ ਹਾਂ ਜੋ ਇਹਦੇ ਨਾਲ ਹੀ ਅੱਗੇ ਰਿਲੇਸ਼ਨ ਦੇ ਵਿੱਚ ਆਉਂਦਾ, ਉਹ ਹੈ ਇਨਫਲੇਸ਼ਨ ਦਾ ਟੌਪਿਕ। ਉਹਦੇ ਵਿੱਚ ਮੈਂ ਨਾਲ ਤੁਹਾਨੂੰ ਜੋ ਵੀ ਇੰਪੋਰਟੈਂਟ MCQ ਨੇ ਉਹ ਵੀ ਪ੍ਰੋਵਾਈਡ ਕਰਵਾਉਂਗੀ। ਐਂਡ ਆਲਸੋ ਜਿੰਨੇ ਵੀ ਆਪਾਂ ਇਹ ਟੌਪਿਕ ਕਰ ਰਹੇ ਹਾਂ ਇਹਨਾਂ ਦੇ ਵੀ ਮੈਂ MCQ ਜਲਦੀ ਲੈ ਕੇ ਆਉਂਗੀ, ਸੋ ਦੈਟ ਤੁਹਾਨੂੰ ਥਿਊਰੀ ਦੇ ਨਾਲ ਨਾਲ ਇੱਕ ਤਰ੍ਹਾਂ ਦੇ ਨਾਲ ਕੁਐਸਚਨ ਸੋਲਵ ਕਰਕੇ ਇਹ ਪਤਾ ਲੱਗ ਜੇ ਕਿ ਤੁਹਾਨੂੰ ਕਿੰਨੀ ਇੱਕ ਸਬਜੈਕਟ ਦੀ ਸਮਝ ਆ ਰਹੀ ਹੈ, ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। So this was all about our today's lecture. I hope you understood the whole content well. Please do like, share and comment on my videos. Support my channel more and more. Thank you and good luck.